ਸਤਨਾਮ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਹੀ। ਬਿਖੈ ਬਨ ਫੀਕਾ ਤਿਆਗ ਰਿ ਸਖੀਏ, ਨਾ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਮਾਨ ਮਤ ਨਾ ਸਕਤ ਹੀ ਕਾਈ, ਸਾਦਾ ਦਾਸੀ ਥਿਓ। ਨਾਨਕ ਸੇ ਦਰ ਸੋਭਾਵੰਤੇ, ਜੋ ਪ੍ਰਭ ਆਪਣੈ ਕੀਓ। ਜਿਉ ਜਾਨੋ ਤਿਉ ਰਾਖ, ਹਰ ਪ੍ਰਭ ਤੇਰਿਆ। ਕੇਤੇ ਗਨੋ ਅਸੰਖ, ਅਵਗਣ ਮੇਰਿਆ। ਬੇਸੁਮਾਰ ਅਥਾਹ ਗਨਤ ਅਤੁਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਉਦਿਆਨ ਬਸਨੰ ਸੰਸਾਰੰ, ਸਨਬੰਦੀ ਸਵਾਨ ਸਿਆਲ ਖਰਹ। ਉਦਿਆਨ ਬਸਨੰ ਸੰਸਾਰੰ, ਸਨਬੰਦੀ ਸਵਾਨ ਸਿਆਲ ਖਰਹ। ਬਿਖਮ ਸਥਾਨ ਮਨ ਮੋਹ ਮਦਿਰੰ, ਮਹਾ ਅਸਾਧ ਪੰਚ ਤਸਕਰਹ। ਹੀਤ ਮੋਹ ਪਹਿ ਪਰਮ ਪਰਮਣੰ, ਅਹੰ ਫਾਸ ਤੀਖਿਣ ਕਠਿਨਹ। ਪਾਵਕ ਤੋ ਸਾਧਕ ਹੋਰੰ, ਅਗਮ ਤੀਰ ਨਹਿ ਲੰਘਨਹ। ਪਜ ਸਾਧ ਸੰਗੋ ਪਾਲ ਨਾਨਕ, ਹਰ ਚਰਨ ਸਰਣ ਦਰਣ ਕਿਰਪਾ। ਪਜ ਸਾਧ ਸੰਗ ਗੋਪਾਲ ਨਾਨਕ, ਹਰ ਚਰਨ ਸਰਣ ਉਦਰਣ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਸ਼ਲ, ਅਕਾਲ ਪੁਰਖਾ ਸਰਗੁਣ ਸਰੂਪ, ਸਰਬ ਕਲਾ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਸਤਸੰਗਤ ਰੂਪ ਦੇ ਵਿੱਚ ਜੁੜ ਬੈਠ ਕੇ
ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਾਧਨਾ ਕਰਨ ਦਾ, ਅਕਾਲ ਪੁਰਖ ਪ੍ਰੀਤਮ ਦੇ ਨਾਲ ਆਪਣੀ ਪ੍ਰੀਤ ਦ੍ਰਿੜ ਕਰਨ ਦਾ, ਗੁਰਬਾਣੀ ਦੇ ਅਭਿਆਸ ਦੁਆਰਾ ਆਪਣੇ ਜੀਵਨ ਨੂੰ ਪ੍ਰਕਾਸ਼ਮਈ ਬਣਾਉਣ ਦਾ ਬਲ ਅਵਸਰ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਸਤਿਗੁਰੂ ਸਾਹਿਬ ਦੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ, ਵਿਣ ਗੁਣ ਕੀਤੇ ਭਗਤ ਨਾ ਹੋਏ। ਸੰਸਾਰ ਦੇ ਵਿੱਚ ਸਮਾਜਿਕ ਵਿਵਹਾਰ ਦੇਖੀਏ ਤਾਂ ਕਿਸੇ ਇਨਸਾਨ ਦੀ ਪ੍ਰਤੀਤ ਉਦੋਂ ਬਣਦੀ ਹੈ ਜਦੋਂ ਕਿਸੇ ਵਿਸ਼ੇਸ਼ਤਾ ਦੇ ਸਹਿਤ ਹੋ ਜਾਂਦਾ ਹੈ, ਜਦੋਂ ਕਿਸੇ ਖੂਬੀ ਦਾ ਮਾਲਕ ਹੋ ਜਾਂਦਾ ਹੈ, ਜਦੋਂ ਕਿਸੇ ਹੁਨਰ ਦੇ ਯੋਗ ਹੋ ਜਾਂਦਾ ਹੈ। ਉਸ ਨੂੰ ਸੰਸਾਰ ਦੇ ਵਿੱਚ ਕਿਸੇ ਗਿਣਤੀ ਦੇ ਵਿੱਚ ਕਿਸੇ ਮਹੱਤਵ ਤੱਥ ਕਰਕੇ ਉਸਨੂੰ ਜਾਣਿਆ ਪਛਾਣਿਆ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਅਧਿਆਤਮਿਕ ਨੁਕਤੇ ਦੇ ਵਿੱਚ ਵਿਣ ਗੁਣ ਕੀਤੇ ਭਗਤ ਨਾ ਹੋਏ, ਭਾਵ ਕਿ ਅਸੀਂ ਭਗਤੀ ਦਾ ਕਰਮ ਸਾਰੇ ਕਰਨਾ ਲੋਚਦੇ ਹਾਂ। ਸਾਰਿਆਂ ਦੇ ਮਨਾਂ ਅੰਦਰ ਇਹ ਪ੍ਰਬਲ ਭਾਵਨਾ, ਇੱਕ ਦੀਰਘ ਚਾਅ ਹੁੰਦਾ ਹੈ ਕਿ ਭਗਤੀ ਕਰਮ ਸਾਡੇ ਜੀਵਨ ਦੀ ਕਾਰ ਬਣੇ। ਪਰ ਗੁਰੂ ਸਾਹਿਬ ਜੀ ਕਹਿੰਦੇ ਵਿਣ ਗੁਣ ਕੀਤੇ, ਜਿਤਨਾ ਚਿਰ ਦਇਆ ਦੇ ਸੁਭਾਵ ਨੂੰ ਕਮਾਉਣ ਦਾ ਬਲ ਨਹੀਂ ਬਣਦਾ, ਜਿਤਨਾ ਚਿਰ ਖਿਮਾ ਦੇ ਸਹਿਤ ਨਹੀਂ ਹੁੰਦਾ, ਸਹਿਣਸ਼ੀਲਤਾ ਨੂੰ ਆਪਣੇ ਅੰਦਰ ਪ੍ਰਪੱਕ ਨਹੀਂ ਕਰਦਾ, ਅਤੇ ਜਿੰਨਾ ਚਿਰ ਸੇਵਾ ਸਿਮਰਨ ਦਾ ਬੜਾ ਵੱਡਾ ਚਾਅ ਨਹੀਂ ਪੈਦਾ ਹੁੰਦਾ, ਇਹ ਸਾਰੇ ਸੰਯੁਕਤ ਕਰਮ ਜਿੰਨਾ ਚਿਰ ਨਹੀਂ ਜੁੜਦੇ, ਜਿੰਨਾ ਚਿਰ ਮਨੁੱਖ ਦੀ ਜੀਵਨ ਦੀ ਸਗਲੀ ਤੌਰ ਦੇ ਵਿੱਚ ਸ਼ਾਮਲ ਨਹੀਂ ਹੁੰਦੇ, ਉਹਨਾਂ ਚਿਰ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਭਗਤੀ ਕਰਮ ਹੈ ਉਹ ਪੂਰਾ ਨਹੀਂ ਹੋ ਸਕਦਾ। ਅਤੇ ਸਤ ਸੰਗਤ ਇੱਕ ਅਜਿਹਾ ਸਥਾਨ ਹੈ ਜਿੱਥੇ ਸਾਡੀ ਸਭ ਪ੍ਰਕਾਰ ਦੀ ਭਗਤੀ ਦੇ ਸਿਲਸਿਲੇ ਇਕੱਠੇ ਜੁੜਦੇ ਹਨ। ਇੱਕੋ ਇੱਕ ਐਸਾ ਥਾਂ ਹੈ, ਭਾਵ ਕਿ ਇੱਥੇ ਬੈਠ ਕੇ ਸਾਡੇ ਕੰਨਾਂ ਦੁਆਰਾ ਸਾਧਨਾ ਹੁੰਦੀ ਹੈ, ਨੇਤਰਾਂ ਦੁਆਰਾ ਹੁੰਦੀ ਹੈ, ਸੇਵਾ ਦੁਆਰਾ ਹੱਥ ਸਫਲੇ ਹੁੰਦੇ ਨੇ, ਮਸਤਕ ਗੁਰੂ ਚਰਨਾਂ 'ਚ ਭੇਟ ਹੁੰਦਾ ਹੈ, ਹਿਰਦੇ ਵਿੱਚ ਗੁਰੂ ਸ਼ਬਦ ਦਾ ਵਾਸ ਹੁੰਦਾ ਹੈ। ਇਸ ਪ੍ਰਕਾਰ ਤਾਂ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ, ਕਿ ਜਿੱਥੇ ਸਾਡੇ ਪੰਜ ਗਿਆਨ ਇੰਦਰੇ ਕਰਮ ਇੰਦਰੇ ਇੱਕ ਸੁਰ ਹੋ ਜਾਣ ਅਤੇ ਫਿਰ ਉਹਨਾਂ ਦੇ ਵਿੱਚੋਂ ਪਰਮੇਸ਼ਰ ਦੀ ਬੰਦਗੀ ਦੀ ਜਿਹੜੀ ਹੈ ਧੁਨ ਪੈਦਾ ਹੋਵੇ। ਸਤਿਗੁਰੂ ਕਿਰਪਾ ਕਰਨ ਐਸੇ ਭਾਵ ਸਾਡੇ ਸਾਰਿਆਂ ਦੇ ਅੰਦਰ ਸਜਗ ਰਹਿਣ ਜੀ। ਲੜੀਵਾਰ ਗੁਰ ਸ਼ਬਦ ਵਿਚਾਰ ਨਾਲ ਜੁੜਨ ਦਾ, ਪਾਵਨ ਬਾਣੀ ਦੀ ਵਿਆਖਿਆ ਦੀ ਬਖਸ਼ਿਸ਼ ਨੂੰ ਮੰਨਣ ਦਾ ਯਤਨ ਕਰੀਏ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰਹ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਤਿਨਾਂ ਦੀ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ ਬਾਣੀ ਸ਼ਲੋਕ ਸਹਿਸਕ੍ਰਿਤੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਦੀ ਵਿਆਖਿਆ ਸਰਵਣ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣਨ ਦਾ ਨਿਰਮਲ ਉਦਮ ਯਤਨ ਕਰ ਰਹੇ ਹੋ। ਸਤਿਗੁਰੂ ਸਾਹਿਬ ਜੀ ਲੜੀਵਾਰ ਬਾਣੀ ਦੇ ਵਿਆਖਿਆ ਦੇ ਅੰਤਰਗਤ ਸਤਿਗੁਰੂ ਸਾਹਿਬ ਜੀ ਨੇ ਪਿਛਲੇ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕੀਤੀ ਸੀ ਕਿ ਜਿਸ ਪਰਮੇਸ਼ਰ ਦੀ ਆਰਾਧਨਾ ਕਰਨੀ ਹੈ ਗੁਰਸਿੱਖ ਨੇ, ਉਹ ਉਸ ਤਰ੍ਹਾਂ ਦੀ ਰੂਪ ਵਾਲਾ ਨਹੀਂ ਹੈ ਜਿਵੇਂ ਦਾ ਸੰਸਾਰ ਵਿੱਚ ਕਿਹਾ ਜਾਂਦਾ ਹੈ। ਇਸ ਕਰਕੇ ਪਰਮੇਸ਼ਰ ਦੀ ਹਸਤੀ ਨੂੰ ਵਿਆਪਕ ਸਮਝ ਕੇ ਹਰ ਨੂਰ, ਹਰ ਕਣ, ਹਰ ਆਕਾਰ, ਹਰ ਰੰਗ ਦੇ ਵਿੱਚ ਉਹਦੀ ਵਿਆਪਕਤਾ ਨੂੰ ਦੇਖ ਕੇ ਅਤੇ ਉਹਦੇ ਹਾਜ਼ਰਾ ਹਜ਼ੂਰ ਅਤੇ ਸਰਬ ਕਲਾ ਭਰਪੂਰ ਹੋਣ ਦਾ ਇੱਕ ਜੀਵੰਤ ਅਭਿਆਸ ਕਰਨਾ ਹੈ, ਤਾਂ ਪਰਮੇਸ਼ਵਰੀ ਹੋਣ ਦੇ ਨੇੜੇ ਸਾਡੀ ਜਿਹੜੀ ਹੈ ਹਾਜ਼ਰੀ ਬਣ ਸਕੇਗੀ। ਅੱਜ ਦੇ ਇਸੇ ਪ੍ਰਕਾਰ ਲੜੀਵਾਰ ਬਾਣੀ ਦੇ ਵਿਆਖਿਆ ਦੇ ਅੰਤਰਗਤ ਗੁਰੂ ਸਾਹਿਬ ਜੀ ਅੱਜ ਵਾਲੇ ਸ਼ਲੋਕ ਦੇ ਵਿੱਚ ਬੜਾ ਗੁਹਜ ਉਪਦੇਸ਼ ਦੇ ਕੇ ਬਖਸ਼ਿਸ਼ ਕਰ ਰਹੇ ਹਨ। ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰਹ। ਨੈਤਿਕ ਨੁਕਤੇ ਤੋਂ ਜੇ ਗੱਲ ਆਰੰਭ ਕਰੀਏ ਤਾਂ ਜਦੋਂ ਕਿਸੇ ਮਨੁੱਖ ਨੂੰ ਉਹਦੀ ਕਿਸੇ ਸਥਿਤੀ ਬਾਰੇ
ਅਸਲੀਅਤ ਸਮਝਾਉਣੀ ਹੋਵੇ ਜਾਂ ਉਸ ਚੀਜ਼ ਤੋਂ ਜਿਸ ਗਲਤ ਰੀਤ ਦੇ ਵਿੱਚ ਉਹ ਪੈ ਚੁੱਕਾ ਹੋਵੇ ਤਾਂ ਉਹਦੇ ਛੁਟਕਾਉਣ ਦਾ ਇੱਕ ਢੰਗ ਇਹ ਵਰਤਿਆ ਜਾਂਦਾ ਹੈ ਕਿ ਉਹਨੂੰ ਉਸ ਗਲਤ ਰੀਤ 'ਤੇ ਚੱਲੇ ਹੋਏ ਨੂੰ ਉਸ ਮਾਰਗ ਦੀਆਂ ਔਕੜਾਂ, ਉਸ ਗਲਤ ਮਾਰਗ 'ਤੇ ਚੱਲਣ ਕਰਕੇ ਜਿਹੜੇ ਸਭ ਪ੍ਰਕਾਰ ਦੇ ਨੁਕਸਾਨ, ਹੋਰ ਜਿਹੜੇ ਸਭ ਤਰ੍ਹਾਂ ਦੇ ਵਿਘਨ ਆਦਿਕ ਵਾਪਰਨੇ ਨੇ ਉਸ ਗਲਤ ਮਾਰਗ 'ਤੇ ਚੱਲਿਆਂ, ਉਹਦੇ ਤੋਂ ਜਾਣੂ ਕਰਾਉਂਦੇ ਹਾਂ। ਉਦਾਹਰਨ ਦੇ ਤਲ ਦੇ ਕੇ ਜਿਵੇਂ ਅਸ਼ੁੱਧ ਪਾਣੀ ਕੋਈ ਮਨੁੱਖ ਪੀਂਦਾ ਹੈ, ਉਹਨੂੰ ਇਸ ਗੱਲ ਤੋਂ ਹਟਾਉਣਾ ਹੈ ਤਾਂ ਉਹਨੂੰ ਦੱਸਿਆ ਜਾਂਦਾ ਕਿ ਜਦੋਂ ਸਰੀਰ ਵਿੱਚ ਪ੍ਰਵੇਸ਼ ਹੋਏਗਾ ਅਸ਼ੁੱਧ ਪੀਤਾ ਹੋਇਆ ਪਾਣੀ ਦੇ ਕੀ ਨੁਕਸਾਨ ਕਰੇਗਾ। ਨਸ਼ੇ ਆਦਿਕ ਦਾ ਵੀ ਬਹੁਤੀ ਵਾਰੀ ਅਸੀਂ ਇਸੇ ਤਰ੍ਹਾਂ ਹਟਾਉਂਦੇ ਹਾਂ ਕਿ ਇਹ ਨੁਕਸਾਨ ਕਰਦਾ, ਇਸ ਕਰਕੇ ਛੱਡ ਦੇ। ਤਾਂ ਇਸੇ ਪ੍ਰਕਾਰ ਇਹ ਸਾਡਾ ਸਮਾਜਿਕ ਨੁਕਤਾ ਜਿਹਦੇ ਵਿੱਚ ਅਸੀਂ ਸਮੱਸਿਆ ਨੂੰ ਡੀਲ ਕਰਦੇ ਹਾਂ ਕਿ ਉਹਦੇ ਨੁਕਸਾਨਾਂ ਤੋਂ ਜਾਣੂ ਕਰਾ ਕੇ ਅਗਲੇ ਦੀ ਬੁੱਧੀ ਵਿੱਚ ਇਹ ਭਾਵ ਪੈਦਾ ਕਰਦੇ ਹਾਂ ਕਿ ਤੇਰੇ ਇੱਕ ਯਤਨ ਦੇ ਨਾਲ ਆਹ ਸਾਰੇ ਨੁਕਸਾਨ, ਆਹ ਸਾਰੀਆਂ ਵਿਪਤਾਵਾਂ ਤੇਰੇ ਨਿਕਟ ਆ ਰਹੀਆਂ ਨੇ, ਇਸ ਕਰਕੇ ਤੂੰ ਇਸ ਇੱਕ ਕੁਮੱਤ ਦੇ ਮਾਰਗ ਤੋਂ ਹਟ ਜਾ। ਤਾਂ ਗੁਰੂ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਬਖਸ਼ਿਸ਼ ਕਰ ਰਹੇ ਹਨ, ਸਾਨੂੰ ਸੰਸਾਰ ਦੀ ਵਾਸਤਵਿਕਤਾ ਸਮਝਾ ਰਹੇ ਹਨ। ਵਾਸਤਵਿਕਤਾ ਦਾ ਭਾਵ ਅਸਲੀਅਤ, ਕਿ ਅਸਲੀਅਤ ਕੀ ਹੈ। ਫਿਰ ਇਸ ਅਸਲੀਅਤ ਨੂੰ ਸਮਝਾਉਣ ਦੇ ਲਈ ਗੁਰੂ ਸਾਹਿਬ ਜੀ ਨੇ ਬੜੇ ਇੱਕ ਜੰਗਲ ਦਾ ਰੂਪਕ ਵਰਤਿਆ ਹੈ। ਜੰਗਲ ਵਾਂਗ ਸੰਸਾਰ ਨੂੰ, ਪਰਿਵਾਰ ਨੂੰ ਕਿਹਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹਦਾ ਇਸ ਕਰਕੇ ਕਿ ਇਹਦੀ ਸੱਚ ਅਸਲੀਅਤ ਦਾ ਗਿਆਨ ਹੋ ਜਾਏ। ਜਿਵੇਂ ਕਿਸੇ ਵਸਤੂ ਦਾ ਬੋਧ ਕਰਾਉਣਾ ਹੋਵੇ, ਉਦਾਹਰਨ ਦੇ ਤੌਰ 'ਤੇ ਦੁੱਧ ਦੇ ਚਿੱਟੇ ਹੋਣ ਦਾ ਬੋਧ ਕਰਾਉਣਾ ਹੋਵੇ ਕਿਸੇ ਨੂੰ, ਤਾਂ ਕਹਿ ਸਕਦੇ ਹਾਂ ਕਿ ਜਿਵੇਂ ਬਗਲੇ ਦਾ ਰੰਗ ਚਿੱਟਾ ਹੁੰਦਾ ਹੈ, ਉਸ ਤਰ੍ਹਾਂ ਦਾ ਰੰਗ ਚਿੱਟਾ ਦੁੱਧ ਦਾ ਹੁੰਦਾ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਸੰਸਾਰ ਦੀ ਅਸਲੀਅਤ ਦਾ ਗਿਆਨ ਸਾਡੇ ਸਨਮੁਖ ਪ੍ਰਗਟ ਕਰ ਰਹੇ ਹਨ ਅਤੇ ਉਸ ਨੂੰ ਜੰਗਲ ਦੇ ਰੂਪਕ ਦੁਆਰਾ ਗੁਰੂ ਸਾਹਿਬ ਜੀ ਸਮਝਾਉਂਦਿਆਂ ਹੋਇਆ ਬਖਸ਼ਿਸ਼ ਕਰਦੇ ਹਨ। ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰਹ। ਤਾਂ ਗੁਰੂ ਸਾਹਿਬ ਜੀ ਕਹਿੰਦੇ ਉਦਿਆਨ ਬਸਨੰ, ਉਦਿਆਨ ਦਾ ਭਾਵ ਹੁੰਦਾ ਜੰਗਲ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਮਨੁੱਖ ਇਸ ਸੰਸਾਰ ਸਾਗਰ ਦੇ, ਸੰਸਾਰ ਜੰਗਲ ਦੇ ਵਿੱਚ ਵਸ ਰਿਹਾ ਹੈ। ਤਾਂ ਅੱਗੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਸੰਬੰਧੀ, ਤਾਂ ਕਹਿੰਦੇ ਇਹਦੇ ਸੰਬੰਧੀ ਇਸ ਪ੍ਰਕਾਰ ਦੇ ਹਨ। ਸਵਾਨ, ਸਵਾਨ ਦਾ ਭਾਵ ਹੁੰਦਾ ਹੈ ਕੂਕਰ, ਕੁੱਤਾ ਆਦਿਕ। ਤਾਂ ਸਿਆਲ ਦਾ ਭਾਵ ਹੁੰਦਾ ਹੈ ਗਿੱਦੜ ਅਤੇ ਖਰ ਦਾ ਭਾਵ ਹੁੰਦਾ ਹੈ ਗਧੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਮਨੁੱਖ ਜਿਸ ਸੰਸਾਰ ਜੰਗਲ ਦੇ ਵਿੱਚ ਵਸ ਰਿਹਾ ਹੈ, ਇੱਥੇ ਇਹਦੇ ਸੰਬੰਧੀ ਕੂਕਰ ਵਰਗੇ, ਗਿੱਦੜ ਵਰਗੇ ਅਤੇ ਗਧਿਆਂ ਵਰਗੇ ਹਨ। ਤਾਂ ਹੁਣ ਇਸ ਗੱਲ ਦਾ ਵਿਚਾਰਕ ਨੁਕਤਾ ਕੀ ਭਾਵ ਹੈ? ਸਭ ਤੋਂ ਪਹਿਲਾਂ ਇਹ ਗੱਲ ਸਮਝਣ ਦਾ ਯਤਨ ਕਰੀਏ ਕਿ ਸਤਿਗੁਰੂ ਸਾਹਿਬ ਜੀ ਨੇ ਸੰਸਾਰ ਨੂੰ ਜੰਗਲ ਕਿਉਂ ਕਿਹਾ ਹੈ। ਕਿਸੇ ਵਸਤੂ ਨੂੰ, ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਮਨੁੱਖ ਦੇ ਕੋਲੋਂ ਚੰਗੇ ਕਰਮ ਨਾ ਹੋ ਰਹੇ ਹੋਣ, ਉਹਦੇ ਕਰਮਾਂ ਦੀ ਦਸ਼ਾ ਗਲਤ ਹੋਵੇ, ਉਹਦੇ ਕਰਮਾਂ ਦਾ ਪ੍ਰਗਟਾ ਦਾ ਢੰਗ ਵੀ ਗਲਤ ਹੋਵੇ, ਤਾਂ ਅਕਸਰ ਇੱਕ ਵਾਕ ਆਖਿਆ ਜਾਂਦਾ ਹੈ, ਮਨੁੱਖ ਨੂੰ ਹੀ ਆਖਿਆ ਜਾਂਦਾ ਹੈ ਕਿ ਤੂੰ ਬੰਦਾ ਬਣ ਜਾ। ਹੁਣ ਇਸ ਵਾਕ ਦੇ ਮਗਰਲਾ ਮਨੋਵਿਗਿਆਨਕ ਨੁਕਤਾ ਕੀ ਹੈ ਕਿ ਤੇਰੀ ਘਾੜਤ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਬਣੀ ਹੈ ਕਿ ਤੇਰੇ ਤੋਂ ਮਨੁੱਖ ਵਾਲੇ, ਇਨਸਾਨ ਵਾਲੇ ਗੁਣ, ਕੰਮ ਪ੍ਰਗਟ ਹੋਣੇ ਚਾਹੀਦੇ ਨੇ, ਪਰ ਤੇਰੀ ਹੋਂਦ ਮਨੁੱਖ ਵਾਲੀ ਹੁੰਦਿਆਂ ਹੋਇਆਂ ਵੀ ਤੇਰੇ ਤੋਂ ਕੰਮ ਮਨੁੱਖਾਂ ਵਾਲੇ, ਇਨਸਾਨਾਂ ਵਾਲੇ ਨਹੀਂ ਹੋ ਰਹੇ। ਇਸ ਕਰਕੇ ਉਹਨੂੰ ਯਾਦ ਕਰਵਾਇਆ ਜਾ ਰਿਹਾ ਕਿ ਤੂੰ ਆਪਣੇ ਇਨਸਾਨੀ ਹੋਣ ਦੀ ਫਿਤਰਤ ਦੇ ਵਾਲੇ ਪਾਸੇ ਪਰਤ ਜਾ। ਕਦੀ ਕਿਸੇ ਨੇ ਕਿਸੇ ਜਾਨਵਰ ਨੂੰ ਨਹੀਂ ਕਿਹਾ ਕਿ ਤੂੰ ਇਸ ਤਰ੍ਹਾਂ ਦਾ ਬਣ ਜਾ, ਕਿਉਂਕਿ ਜਾਨਵਰ ਦਾ ਜਿਹੜਾ ਮੌਲਿਕ ਗੁਣ ਹੈ ਉਹ ਉਹਦੇ ਨਾਲ ਗੁੜਿਆ ਹੋਇਆ ਹੈ। ਜਿਵੇਂ ਕੂਕਰ ਦੇ ਅੰਦਰ ਵਫਾਦਾਰੀ ਦਾ ਹੈ, ਉਹਨੂੰ ਕਿਸੇ ਸਕੂਲ ਦੇ ਵਿੱਚ ਜਾ ਕੇ ਵਫਾਦਾਰੀ ਨਹੀਂ ਸਿਖਾਉਣੀ ਪੈਂਦੀ। ਜਿੱਥੇ 5-7 ਦਿਨ ਉਸ ਦੀ ਪਾਲਣਾ ਪੋਸ਼ਣਾ ਹੋ ਜਾਏ, ਉਹ 'ਤੇ ਆਪਣੀ ਵਫਾਦਾਰੀ ਦਾ ਕਰਮ ਉਹ ਦ੍ਰਿੜ ਕਰ ਲੈਂਦਾ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਉਦਿਆਨ ਬਸਨੰ ਸੰਸਾਰੰ, ਸੰਸਾਰ ਨੂੰ ਜੰਗਲ ਗੁਰੂ ਸਾਹਿਬ ਜੀ ਨੇ ਤਾਂ ਕਿਹਾ ਹੈ ਕਿ ਜੰਗਲ ਦੇ ਵਿੱਚ ਵਿਭਿੰਨਤਾ ਵਿਆਪਕ ਹੁੰਦੀ ਹੈ, ਜੰਗਲ ਦੇ ਵਿੱਚ ਸਹਿਮ ਵਿਆਪਕ ਹੁੰਦੇ ਨੇ, ਜੰਗਲ ਦੇ ਵਿੱਚ ਇੱਕ ਖਾਸ ਤਰ੍ਹਾਂ ਦੇ ਡਰਾਂ ਦਾ ਸਮੂਹ ਬਣਿਆ ਹੁੰਦਾ ਹੈ, ਜੰਗਲ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਉਜਾੜ ਬਣੀ ਹੁੰਦੀ ਹੈ ਕਿ ਹਰਿਆਲੀ ਤਾਂ ਹੈ ਉੱਥੇ ਰੁੱਖਾਂ ਦਾ ਸਮੂਹ ਵੀ ਹੈ, ਪਰ ਉੱਥੇ ਜਿਹੜਾ ਇੱਕ ਖਾਸ ਤਰ੍ਹਾਂ ਦਾ ਭੈ ਬਣਿਆ ਕਿ ਉੱਥੇ ਦੂਜੀ ਕੋਈ ਹੋਂਦ ਨਹੀਂ ਹੈ, ਪਸ਼ੂਆਂ ਜਾਨਵਰਾਂ ਦੀ ਹੀ ਹੋਂਦ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਉਦਿਆਨ ਬਸਨੰ ਸੰਸਾਰੰ,
ਤੇ ਇਸ ਕਰਕੇ ਜਿਹੜਾ ਸੰਸਾਰ ਅਕਾਲ ਪੁਰਖ ਦੀ ਯਾਦ ਤੋਂ ਵਿਛੁੰਨਿਆ ਹੋਇਆ ਹੈ ਉਹਦੀ ਹਾਲਤ ਇਸ ਤਰ੍ਹਾਂ ਦੀ ਹੈ। ਤੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸੰਸਾਰੰ। ਹੁਣ ਜਦੋਂ ਗੁਰੂ ਸਾਹਿਬ ਜੀ ਨੇ ਬਾਣੀ 'ਚ ਵਾਕ ਆਖੇ ਹਨ ਕਿ ਨਾਨਕ ਦੁਖੀਆ ਸਭ ਸੰਸਾਰ, ਤਾਂ ਉਹਦਾ ਭਾਵ, ਗਹਿਰਾ ਭਾਵ ਉਹਦਾ ਇਹੀ ਹੈ ਕਿ ਜਿਹੜਾ ਮਨੁੱਖ ਸੰਸਾਰ ਦੇ ਤਲ 'ਤੇ ਜਿਉਂਦਾ ਹੈ, ਤਾਂ ਜਦੋਂ ਅਸੀਂ ਕਦੇ ਵਾਕ ਵਰਤਦੇ ਹਾਂ ਕਿ ਦੁਨੀਆ ਬੜੀ ਮਤਲਬ ਪ੍ਰਸਤ ਹੈ ਜਾਂ ਬੰਦੇ ਦੇ ਬਹੁਤੇ ਕੰਮ ਦੀ ਨਹੀਂ ਹੈ, ਤਾਂ ਉਹਦਾ ਮਤਲਬ ਕਿਸੇ ਨਾ ਕਿਸੇ ਪਲ 'ਤੇ ਜਾ ਕੇ ਅਸੀਂ ਦੁਨੀਆ ਦੀ ਤਲਖ ਹਕੀਕਤ ਤੋਂ ਕੁਝ ਸਕਿੰਟਾਂ ਦੇ ਨਾਲ ਰੂਬਰੂ ਹੋਏ ਹੁੰਦੇ ਹਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਉਦਿਆਨ ਬਸਨੰ ਸੰਸਾਰੰ, ਜਿਸ ਸੰਸਾਰ ਦੇ ਵਿੱਚ ਮਨੁੱਖ ਵਸ ਰਿਹਾ ਹੈ ਇਹ ਇੱਕ ਜੰਗਲ ਦੀ ਨਿਆਈ ਹੈ। ਤੇ ਇਸ ਜੰਗਲ ਦੇ ਵਿੱਚ ਇਹਦੇ ਸੰਬੰਧੀ ਕਿਹੋ ਜਿਹੇ ਹਨ? ਸਵਾਨ ਸਿਆਲ ਖਰਹ, ਤਾਂ ਇਹਦੇ ਸੰਬੰਧੀ ਹਨ ਕੂਕਰ ਵਰਗੇ, ਗਿੱਦੜ ਵਰਗੇ ਅਤੇ ਇਸੇ ਪ੍ਰਕਾਰ ਗਧੇ ਦੇ ਵਰਗੇ। ਹੁਣ ਸੰਸਾਰ ਦੇ ਵਿੱਚ ਸਾਡੇ ਤਿੰਨ ਤਰ੍ਹਾਂ ਕਰਕੇ ਸੰਬੰਧ ਪ੍ਰਵਿਰਤ ਹੁੰਦੇ ਨੇ। ਉਦਾਹਰਨ ਦੇ ਤੌਰ 'ਤੇ ਸਭ ਤੋਂ ਪਹਿਲਾਂ ਜਿੱਥੇ ਕੂਕਰ ਦੇ ਅੰਦਰ ਵਫਾਦਾਰੀ ਦਾ ਗੁਣ ਹੈ, ਉੱਥੇ ਅੰਦਰ ਉਹਦੀ ਲੋਭ ਭਾਵਨਾ ਵੀ ਪ੍ਰਵਿਰਤ ਹੈ। ਲੋਭ ਦੀ ਜਿਹੜੀ ਕਹਾਣੀ ਬਚਪਨ ਦੇ ਵਿੱਚ ਅਸੀਂ ਸਾਰਿਆਂ ਨੇ ਪੜ੍ਹੀ ਹੈ, ਜਿਹਦਾ ਸਿੱਖਿਆ ਹੁੰਦੀ ਸੀ ਕਿ ਲਾਲਚ ਬੁਰੀ ਬਲਾ ਹੈ, ਉਹਨੂੰ ਸਾਰੀ ਕਹਾਣੀ ਸਿੱਖਿਆ ਨੂੰ ਸਮਝਾਉਣ ਦੇ ਲਈ ਇੱਕ ਕੂਕਰ ਦੀ ਉਦਾਹਰਣ ਦਿੱਤੀ ਜਾਂਦੀ ਸੀ ਕਿ ਉਹ ਇੱਕ ਹੱਡੀ ਦੇ ਲੋਭ ਕਰਕੇ ਆਪਣੀ ਹੱਡੀ ਵੀ ਗਵਾ ਬੈਠਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਸੰਬੰਧੀ ਸਵਾਨ, ਸੰਸਾਰ ਵਿੱਚ ਬਹੁਤੇ ਸੰਬੰਧ ਸੰਸਾਰ ਦੇ ਤਲ 'ਤੇ, ਇਹ ਸੰਸਾਰੀ ਮਨੁੱਖਾਂ ਦੀ ਗੱਲ ਹੋ ਰਹੀ ਹੈ। ਸੰਸਾਰ ਦੇ ਤਲ 'ਤੇ ਬਹੁਤੀ ਵਾਰੀ ਸੰਬੰਧਾਂ ਦੀ ਘਾੜਤ ਉਦੋਂ ਬਣਦੀ ਹੈ ਜਦੋਂ ਮਨੁੱਖ ਦੇ ਅੰਦਰ ਉਹਦਾ ਲੋਭ ਜਾਗਦਾ ਹੈ। ਤਾਂ ਇਸੇ ਪ੍ਰਕਾਰ ਕੂਕਰ ਆਪਣੀ ਵਫਾਦਾਰੀ ਦਾ ਗੁਣ ਭੁੱਲ ਜਾਂਦਾ ਹੈ ਜਦੋਂ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਭਰਮਾਉਣ ਵਾਲੀ ਕੋਈ ਖਾਣ ਵਾਲੀ ਚੀਜ਼ ਜਿਹੜੀ ਹੈ ਕੋਈ ਪਰੋਸ ਦੇਵੇ। ਜਿਵੇਂ ਉਦਾਹਰਨ ਦੇ ਤੌਰ 'ਤੇ ਚੋਰ ਕਈ ਘਰਾਂ ਦੇ ਵਿੱਚ ਚੋਰੀ ਕਰਦੇ ਨੇ, ਤਾਂ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦਾ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਆਪਣੀ ਰੱਖਿਆ ਦੇ ਲਈ ਇਹ ਕੂਕਰ ਜਾਨਵਰ, ਤਾਂ ਇਹ ਇਹਨਾਂ ਦੀ ਮੁਸ਼ਕਿਲ ਪੈਦਾ ਕਰੇਗਾ ਸਾਡੇ ਚੋਰੀ ਕਰਮ ਕਰਨ ਦੇ ਵਿੱਚ। ਤਾਂ ਫਿਰ ਕੀ ਕਰਦੇ ਨੇ, ਉਹਨੂੰ ਕਿਸੇ ਨਾ ਕਿਸੇ ਖਾਣ ਪੀਣ ਵਾਲੀ ਚੀਜ਼ ਦੇ ਆਰੇ ਲਗਾਇਆ ਜਾਂਦਾ ਹੈ ਜਿਹਦਾ ਉਹ ਥੋੜ੍ਹਾ ਲੋਭ ਕਰ ਲੈਂਦਾ ਹੈ। ਤਾਂ ਉਸ ਲੋਭ ਕਰਕੇ ਫਿਰ ਉਹ ਆਪਣੀ ਚੋਰੀ ਵਾਲੀ ਘਟਨਾ ਨੂੰ ਅੰਜਾਮ ਦੇ ਲੈਂਦੇ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਜੰਗਲ ਦੀ ਨਿਆਈ ਕੀ ਹੈ ਕਿ ਇੱਥੇ ਰਹਿਣ ਵਾਲੇ ਸੰਬੰਧੀ ਪਹਿਲਾਂ ਇੱਕ ਦੂਜੇ ਦੇ ਨਾਲ ਲੋਭ ਦੀ ਪ੍ਰਵਿਰਤੀ ਕਰਕੇ ਜੁੜੇ ਹਨ। ਇਸ ਸੰਸਾਰਿਕ ਤਲ 'ਤੇ ਜਿਉਣ ਵਾਲੇ ਮਨੁੱਖਾਂ ਦੀ ਹਾਲਤ ਹੈ ਕਿ ਜਿਨ੍ਹਾਂ ਨੇ ਕੇਵਲ ਸੰਸਾਰਿਕਤਾ ਹੀ ਉਹਨਾਂ ਦੇ ਅੰਦਰ ਭਰਮਾਰ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਵਾਨ, ਲੋਭ ਕਰਕੇ ਸੰਬੰਧ ਬਣਦੇ ਹਨ। ਉਦਾਹਰਨ ਦੇ ਤੌਰ 'ਤੇ ਕਿ ਮਨੁੱਖ ਦਾ ਆਪਣਾ ਸਵੈ ਲੋਭ ਜਾਗਦਾ, ਜਿਵੇਂ ਉਦਾਹਰਨ ਦੇ ਤੌਰ 'ਤੇ ਮਾਤਾ ਪਿਤਾ ਦਾ ਜਾਗਦਾ ਹੈ, ਉਹ ਔਲਾਦ ਦੀ ਘਾੜਤ ਨੂੰ ਜਨਮ ਦਿੰਦੇ ਹਨ। ਫਿਰ ਰਿਸ਼ਤੇਦਾਰਾਂ ਦੇ ਸੰਬੰਧ ਜੁੜਦੇ ਹਨ। ਜੇ ਵਰਤਮਾਨ ਸਥਿਤੀ ਵਿੱਚ ਮਨੁੱਖ ਰਹਿ ਕੇ ਵਾਚੇ ਤਾਂ ਇਹ ਜਾਣੇਗਾ ਕਿ ਬਹੁਤ ਸਾਰੇ ਮਨੁੱਖ ਅੱਜ ਦੇ ਸਮੇਂ 'ਚ ਤਾਂ ਤੁਹਾਡੇ ਨਾਲ ਰਾਬਤਾ ਉਦੋਂ ਹੀ ਬਣਾਉਣਗੇ ਜਾਂ ਤੁਹਾਡੇ ਨਿਕਟ ਉਦੋਂ ਹੀ ਆਉਣਗੇ ਜਦੋਂ ਉਹਨਾਂ ਦੇ ਅੰਦਰ ਕਿਸੇ ਕਾਰਜ ਦੀ ਸਿੱਧੀ ਲਈ ਤੁਸੀਂ ਸਹਾਇਕ ਬਣਦੇ ਹੋਵੋਗੇ। ਇਸ ਕਰਕੇ ਸੰਸਾਰ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਪਹਿਲੇ ਪੱਧਰ ਦੇ ਸੰਬੰਧੀਆਂ ਦੀ ਹਾਲਤ ਹੈ ਜਿਹੜੇ ਲੋਭ ਕਰਕੇ ਸਾਡੇ ਨਾਲ ਜੁੜਦੇ ਆ। ਔਰ ਲੋਭ ਦੀ ਬਿਰਤੀ ਬੰਦੇ ਦੇ ਆਪਣੇ ਅੰਦਰ ਵੀ ਹੁੰਦੀ ਹੈ। ਆਪਣੇ ਅੰਦਰ ਕਿਸ ਪ੍ਰਕਾਰ ਹੈ ਕਿ ਸੰਸਾਰ ਕਦੋਂ ਬਣਦਾ ਹੈ ਕਿ ਆਮ ਕਰਕੇ ਪਰਿਵਾਰ ਦੀ ਇਕਾਈ ਤੱਕ ਠੀਕ ਹੈ, ਮੇਰਾ ਬਹੁਤ ਵੱਡਾ ਬਾਗ ਪਰਿਵਾਰ ਹੋਵੇ, ਇਸ ਲੋਭ ਕਰਕੇ ਬੜਿਆਂ ਸੰਬੰਧਾਂ ਨੂੰ ਜਨਮ ਦਿੰਦਾ ਹੈ। ਇਸ ਤੋਂ ਬਾਅਦ ਮੇਰੀ ਬਹੁਤ ਸਾਡੀ ਪ੍ਰਤਿਭਾ ਹੋਵੇ, ਮੇਰੀ ਬੜੀ ਅਮਾਨ ਜਸ ਹੋਵੇ, ਇਹਦੇ ਕਰਕੇ ਵੀ ਬੜੇ ਪੱਧਰ ਪੈਦਾ ਕਰਦੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਵਿੱਚ ਸਭ ਤੋਂ ਪਹਿਲਾਂ ਪ੍ਰਵਿਰਤ ਹੋਣ ਦੇ ਲਈ ਜਿਹੜਾ ਲੋਭ ਹੈ ਉਹ ਮਨੁੱਖ ਦਾ ਸੰਬੰਧੀ ਬਣਦਾ ਹੈ ਅਤੇ ਸੰਬੰਧ ਕਰਕੇ ਲੋਭਾਂ ਕਰਕੇ ਜੀਵਨ ਚੱਲਦਾ ਹੈ। ਗੁਰੂ ਸਾਹਿਬ ਗੁਰਬਾਣੀ ਦਾ ਪਾਵਨ ਵਾਕ ਹੈ, ਜੋ ਸੰਸਾਰ ਹੈ ਕਿ ਮਿੱਤਰ ਭਾਈ ਦੀਸਹਿ ਮਨ ਮੇਰੇ, ਤੇ ਸਭ ਆਪਣੇ ਸੁਆਏ ਮਿਲਾਸਾ, ਜਿਤ ਦਿਨ ਉਨਕਾ ਸੁਆਓ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਕਿ ਜਦ ਦਿਨ ਜਿਸ ਗਰਜ ਕਰਕੇ ਤੇਰੇ ਨਾਲ ਸੰਬੰਧ ਜੋੜਿਆ ਜੇ ਉਹਦੀ ਪੂਰੀ ਨਾ ਕਰ ਸਕਿਆ ਜਾਂ ਜਿਸ ਕਾਰਜ ਸਿੱਧੀ ਲਈ ਤੇਰੇ ਤਰਫੋਂ ਆਇਆ, ਅਗਰ ਉਸ ਕਾਰਜ ਸਿੱਧੀ ਲਈ ਉਹਦੇ ਸਹਾਇਕ ਨਾ ਹੋ ਸਕੇ ਤਾਂ ਉਹ ਤੇਰੇ ਨਾਲ ਆਪਣੇ ਸੰਬੰਧਾਂ ਨੂੰ ਵਿਰਾਮ ਦੇ ਲੈ ਗਿਆ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਦੀ ਇੱਕ ਹਾਲਤ ਇਹ ਹੈ, ਇੱਥੇ ਬਹੁਤੇ ਕਰਕੇ ਸੰਬੰਧ ਲੋਭ ਕਰਕੇ ਜੁੜੇ ਜਾਂਦੇ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤੇਰੇ ਸੰਬੰਧੀ ਲੋਭ ਵਰਗੇ ਹਨ। ਹੁਣ ਉਦਾਹਰਨ ਦੇ ਤੌਰ 'ਤੇ ਭਾਈ ਗੁਰਦਾਸ ਸਾਹਿਬ ਜੀ ਨੇ ਨਾ ਆਪਣੀਆਂ ਵਾਰਾਂ ਦੇ ਵਿੱਚ ਕਲਯੁਗ ਦੀ ਦਸ਼ਾ ਸਮਝਾਈ ਹੈ।
ਉਹਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਕੱਲ ਆਏ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ, ਪ੍ਰਜਾ ਅੰਧੀ ਗਿਆਨ ਵਿਊਣ। ਤਾਂ ਇਸੇ ਪ੍ਰਕਾਰ ਉਹ ਅੰਤਮ ਦੇ ਵਿੱਚ ਇੱਕ ਵਾਕ ਕਹਿੰਦੇ ਨੇ ਪਰਿਵਾਰਕ ਇਕਾਈ ਬਾਰੇ, ਇਸਤਰੀ ਪੁਰਖ ਹੈ ਦਾਮ ਹਿਤ ਭਾਵੈ ਆਏ, ਕਿਥਾਈ ਕਥਾਊ ਜਾਈ। ਕਹਿੰਦੇ ਇਸਤਰੀ ਮਰਦ ਦੇ ਸੰਬੰਧ ਕੇਵਲ ਪਦਾਰਥਾਂ ਦੀ ਗਰਜ ਤੱਕ ਪੂਰੇ ਰਹਿ ਗਏ ਨੇ, ਕਿ ਅਗਲ ਪਦਾਰਥ ਦੀ ਗਰਜਣਾ ਤੱਕ ਇਸਤਰੀ ਦੀਆਂ ਜਿਹੜੀਆਂ ਪੂਰਤੀਆਂ ਇਨਸਾਨ ਪੁਰਖ ਕਰਦਾ ਜਾ ਰਿਹਾ ਹੈ ਤਾਂ ਠੀਕ ਹੈ। ਜਦੋਂ ਉਹਦੇ ਤੋਂ ਦਾਮ ਭਾਵ ਕਿ ਹਿੱਤਾਂ ਦੀ ਪੂਰਤੀ ਬੰਦ ਹੋ ਜਾਂਦੀ ਹੈ, ਸੰਬੰਧਾਂ ਦੇ ਵਿੱਚ ਖਟਾਸ ਆਉਣੀ, ਦੂਰੀ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਗੱਲ ਨੂੰ ਬੜਾ ਗਹਿਰਾ ਵਾਚੀਏ। ਮੈਂ ਕਿਸੇ ਦਿਨ ਇਸ ਗੱਲ ਨੂੰ ਵਾਚ ਰਿਹਾ ਸੀ ਕਿ ਜਦ ਗ੍ਰਸਤ ਦਾ ਸੰਬੰਧ ਅਸੀਂ ਜੋੜਦੇ ਹਾਂ, ਕੀ ਆਕਾਂਖਿਆ ਕੀਤੀ ਜਾਂਦੀ ਹੈ, ਜਿਸ ਪੁਰਖ ਦੀ ਭਾਲ ਕੀਤੀ ਜਾ ਰਹੀ ਹੈ ਉਹਦੇ ਅੰਦਰ ਕੋਈ ਰੱਬੀ ਗੁਣਾਂ ਦੀ ਮੌਜੂਦਗੀ ਦਾ ਕੋਈ ਭਾਵ ਨਹੀਂ ਹੈ। ਕਿਤੇ ਇਹ ਮੰਗ ਨਹੀਂ ਉੱਠਦੀ ਕਿ ਜਿਹਦੇ ਨਾਲ ਸਾਡਾ ਸੰਬੰਧ ਜੁੜ ਰਿਹਾ ਹੈ ਉਹ ਕੋਈ ਨਿਮਰਤਾ ਦੇ ਆਚਰਣ ਵਾਲਾ ਹੋਵੇ। ਤਿੰਨ ਪ੍ਰਮੁੱਖ ਮੰਗਾਂ ਨੇ, ਉਹਦਾ ਘਰ ਮਕਾਨ ਬੜਾ ਸੰਪੰਨ ਹੋਵੇ, ਬਕਾਇਦਾ ਆਪਣਾ ਵਹੀਕਲ ਹੋਵੇ, ਅਤੇ ਇੱਕ ਬਹੁਤ ਵੱਡਾ ਉਹਦੇ ਕੋਲ ਬੈਂਕ ਦੀ ਰਾਸ਼ੀ ਹੋਵੇ। ਇਹਨਾਂ ਤਿੰਨਾਂ ਦੇ ਆਧਾਰ 'ਤੇ ਅਸੀਂ ਗ੍ਰਸਤ ਦੀ ਨੀਂਹ ਰੱਖਦੇ ਹਾਂ ਤਾਂ ਇਹਦਾ ਮਤਲਬ ਹੈ ਸਾਡਾ ਗ੍ਰਸਤ ਵੀ ਲੋਭ ਦੇ ਵਿੱਚ ਪ੍ਰਵਿਰਤ ਹੈ। ਅੱਜ ਕਿਤੇ ਲੈ ਕੇ ਜਾਓ ਨਾ ਕਿਸੇ, ਕਹੋ ਬੰਦਾ ਜੀ ਇਸ ਬੰਦੇ ਦੇ ਵਿੱਚ ਇੰਨੇ ਗੁਣ ਨੇ, ਨਿਮਰਤਾ ਹੈ, ਸਹਿਣਸ਼ੀਲਤਾ ਹੈ, ਵਿਦਵਤਾ ਹੈ, ਬੰਦਗੀ ਦਾ ਗੁਣ ਹੈ, ਤਾਂ ਕਹਿਣਗੇ ਜੀ ਠੀਕ ਹੈ ਇਹ ਗੁਣ, ਪਰ ਤੁਸੀਂ ਸਾਡੇ ਸਾਹਮਣੇ ਇਹ ਲਿਆਓ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸੰਬੰਧੀ ਸੁਆਨ ਲੋਭ ਕਰਕੇ ਚੱਲਦੇ ਨੇ। ਇਸ ਲੋਭ ਦੀ ਪ੍ਰਵਿਰਤੀ ਦੇ ਵਿੱਚ ਜਿਹੜਾ ਵੀ ਕੋਈ ਅਸੀਂ ਆਯਾਮ ਅਪਣਾਵਾਂਗੇ ਉਹ ਆਖਰ ਕਿਸੇ ਨਾ ਕਿਸੇ ਪੱਧਰ 'ਤੇ ਜਾ ਕੇ ਆਪਣੀ ਜਿਹੜੀ ਅੰਦਰਲੀ ਵਿਕਰਾਲਤਾ ਨੂੰ ਪ੍ਰਗਟ ਕਰ ਦੇਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਉਦਿਆਨ ਬਸਨ ਸੰਸਾਰੰ ਸੰਬੰਧੀ ਸੁਆਨ। ਇਸ ਕਰਕੇ ਸੰਬੰਧਾਂ ਦੀ ਇੱਕ ਤਲਖ ਹਕੀਕਤ ਇਹ ਹੈ ਕਿ ਬਹੁਤੀ ਵਾਰੀ ਲੋਭ ਕਰਕੇ ਜੁੜਦੇ ਹਨ। ਜਿਵੇਂ ਹੁਣ ਕਈ ਦਫਾ ਸਾਡੇ ਨਿਕਟਵਰਤੀ ਬੜਿਆਂ ਸਾਲਾਂ ਬਾਅਦ ਯਾਦ ਕਰਦੇ ਨੇ ਤਾਂ ਪਤਾ ਲੱਗ ਜਾਂਦਾ ਕਿ ਕੋਈ ਨਾ ਕੋਈ ਕਾਰਜ ਦਾ ਸਿਲਸਿਲਾ ਸਾਡੇ ਨਾਲ, ਅਸੀਂ ਉਹਦੇ ਵਿੱਚ ਸਹਾਇਕ ਹੋ ਸਕਾਂਗੇ ਤਾਂ ਕਰਕੇ ਯਾਦ ਕੀਤਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸ ਕਰਕੇ ਤੇਰਾ ਸੰਸਾਰ ਦੇ ਨਾਲ ਪਹਿਲੇ ਪ੍ਰਵਿਰਤ ਹੋਣ ਦਾ ਢੰਗ ਹੀ ਇਹ ਹੈ ਕਿ ਤੇਰੇ ਅੰਦਰ ਲੋਭ ਦੀ ਪ੍ਰਵਿਰਤੀ ਪੈਦਾ ਹੁੰਦੀ ਹੈ ਅਤੇ ਉਸੇ ਲੋਭ ਦੀ ਪ੍ਰਵਿਰਤੀ ਕਰਕੇ ਸੰਸਾਰ ਤੇਰੇ ਨਾਲ ਜੁੜਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅੱਗੇ ਕਹਿੰਦੇ ਸਿਆਲ ਦਾ ਭਾਵ ਹੁੰਦਾ ਗਿੱਦੜ। ਹੁਣ ਗਿੱਦੜ ਦਾ ਸੁਭਾਵਿਕ ਗੁਣ ਬੜੇ ਪ੍ਰਕਾਰ ਦਾ ਹੈ, ਪਰ ਇਹਦਾ ਇਹ ਹੈ ਕਿ ਹਰ ਵੇਲੇ ਕੂਕਦਾ ਰਹਿੰਦਾ, ਭਾਵ ਕਿ ਰਾਤਾਂ ਨੂੰ ਗਿੱਦੜ ਦਾ ਸੁਭਾਅ ਹੈ ਕਿ ਇਹਨੇ ਰੋਣਾ ਹੀ ਰੋਣਾ ਹੁੰਦਾ ਹੈ। ਜਿਸ ਕਰਕੇ ਜਿਹੜੇ ਥੋੜ੍ਹੇ ਜੰਗਲਾਂ ਦੇ ਇਲਾਕੇ ਵੱਲ ਲੋਕ ਰਹਿੰਦੇ ਨੇ ਉਹ ਇਸ ਗੱਲ ਤੋਂ ਬੜਾ ਪਰੇਸ਼ਾਨ ਜੇ ਰਹਿੰਦੇ ਨੇ ਕਿ ਸਾਰੀ ਰਾਤ ਜਿਹੜੇ ਹਨ ਇਹ ਮਤਲਬ ਰੋਂਦੇ ਰਹਿੰਦੇ ਨੇ ਜਾਂ ਭੌਂਕਦੇ ਰਹਿੰਦੇ ਨੇ, ਇਸ ਤਰ੍ਹਾਂ ਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਆਲ ਦਾ ਭਾਵ ਇਹ ਹੈ ਕਿ ਹੁਣ ਲੋਭ ਕਰਕੇ ਇਹਨਾਂ ਦੀਆਂ ਗਰਜਾਂ ਬੜੀਆਂ ਪੂਰੀਆਂ ਕਰ ਦਿੱਤੀਆਂ, ਲੋਭ ਕਰਕੇ ਆਪਣੇ ਜੀਵਨ ਦੇ ਸਾਰੇ ਕੰਮ ਛੱਡ ਦਿੱਤੇ, ਸਤ ਸੰਗਤ ਵੱਲੋਂ ਵੀ ਦੂਰੀ ਬਣਾਈ, ਜਿਹੜਾ ਹੋਰ ਦਇਆ ਦੇ ਧਰਮ ਦੇ ਗੁਣ ਨੇ ਉਹਨਾਂ ਤੋਂ ਵੀ ਆਪਣਾ ਤਿਆਗ ਕੀਤਾ ਕਿ ਇਹਨਾਂ ਦੀਆਂ ਗਰਜਾਂ ਪੂਰੀਆਂ ਕਰਦਾ। ਪਰ ਗੁਰੂ ਸਾਹਿਬ ਜੀ ਕਹਿੰਦੇ ਸਿਆਲ, ਪਰ ਫਿਰ ਵੀ ਇਹਨਾਂ ਦਾ ਇਹੀ ਜ਼ਿਕਰ ਰਹਿੰਦਾ ਤੂੰ ਸਾਡੇ ਲਈ ਕੀ ਕੀਤਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਇਹ ਹਰ ਵੇਲੇ ਤਾਨੇ ਰੂਪ ਦੇ ਵਿੱਚ ਜਾਂ ਹਰ ਵੇਲੇ ਸੁਣਾਉਣ ਦੀ ਬਿਰਤੀ ਵਿੱਚ ਰਹਿੰਦੇ ਨੇ, ਤੰਗ ਕਰਦੇ ਰਹਿੰਦੇ ਨੇ ਕਿ ਤੂੰ ਸਾਡੇ ਲਈ ਕੀ ਕੀਤਾ, ਸਾਡੇ ਕਿਸ ਕੰਮ ਆਇਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੰਬੰਧੀ ਸੁਆਨ ਸਿਆਲ। ਮੈਂ ਕਈ ਵਾਰੀ ਇੱਕ ਦਫਾ ਇਸ ਗੱਲ ਨੂੰ ਵਾਚਿਆ ਕਿ ਜਿਵੇਂ ਅਸੀਂ ਮੱਧ ਵਰਗੀ ਲੋਕ ਹੁੰਦੇ ਹਾਂ ਤਾਂ ਸਾਨੂੰ ਆਕਾਂਖਿਆ ਹੁੰਦੀ ਹੈ ਕਿ ਕੋਈ ਉੱਚ ਮੁਕਾਮ ਧਨ ਦੇ ਤਲ 'ਤੇ ਪ੍ਰਾਪਤ ਹੋ ਜਾਏ ਤਾਂ ਫਿਰ ਜੀਵਨ ਦੇ ਵਿੱਚ ਕੁਝ ਸਕੂਨ ਦੀ ਵਿਧ ਬਣ ਆਏਗੀ। ਪਰ ਜਦੋਂ ਉਹਦੀ ਉਤਲਾ ਸਤਰ ਦੇਖੀਦਾ, ਉਤਲੇ ਸਤਰ ਦੇ ਵਿੱਚ ਹੈ ਕਿ ਉਹ ਬੰਦਾ ਜਿਨ੍ਹੇ ਪਰਿਵਾਰਕ ਤਲ 'ਤੇ ਉਹਨਾਂ ਦੀਆਂ ਅਸੀਮ ਇੱਛਾਵਾਂ ਪੂਰੀਆਂ ਕੀਤੀਆਂ, ਆਖਰ ਉਹਦੀ ਜ਼ਿੰਦਗੀ 'ਚ ਵੀ ਉਹਨੂੰ ਇਹ ਵਾਕ ਸੁਣਨ ਨੂੰ ਕਿਤੇ ਨਾ ਕਿਤੇ ਮਿਲਿਆ ਕਿ ਤੂੰ ਸਾਡੇ ਲਈ ਕੀ ਕੀਤਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਲੋਭ ਦੀਆਂ ਗਰਜਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਇਹਨਾਂ ਦਾ ਇੱਕੋ ਹੀ ਗਿਲਾ ਰਹਿੰਦਾ ਹੈ ਸਿਆਲ, ਕਿ ਜਿਵੇਂ ਸਾਰੀ ਰਾਤ ਜਿਹੜੇ ਗਿੱਦੜ ਹਨ ਉਹ ਬੋਲਦੇ ਰਹਿੰਦੇ ਹਨ, ਆਪਣੇ ਰੋਣ ਕੁਰਲਾਹਟ ਦੀ ਆਵਾਜ਼ ਪ੍ਰਗਟਾਉਂਦੇ ਰਹਿੰਦੇ ਹਨ, ਇਸੇ ਪ੍ਰਕਾਰ ਇਹਨਾਂ ਸੰਬੰਧੀਆਂ ਦੀਆਂ ਬੜੀਆਂ ਗਰਜਾਂ ਪੂਰੀਆਂ ਕਰ ਦਿੱਤੀਆਂ ਨੇ। ਪਰ ਇਹ ਗਰਜਾਂ ਪੂਰੀਆਂ ਹੋਣ ਤੋਂ ਬਾਅਦ ਵੀ ਅਜੇ ਤੱਕ ਵੀ ਇਹਨਾਂ ਦੇ ਅੰਦਰ ਕੋਈ ਸ਼ਾਂਤ ਨਹੀਂ ਆਉਂਦੇ ਅਤੇ ਹੋਰ ਜ਼ਿਆਦਾ ਮੰਗ ਕਰ ਰਹੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਦੂਜੇ ਸੰਬੰਧਾਂ ਕਰਕੇ ਜਿਹੜਾ ਇਨਸਾਨ ਹੈ ਉਹ ਗਿੱਦੜ ਦੀ ਪ੍ਰਵਿਰਤੀ ਕਰਕੇ ਪ੍ਰਵਿਰਤ ਹੁੰਦਾ ਹੈ ਕਿ ਜਿਨ੍ਹਾਂ ਦੇ ਲਈ ਪੂਰਾ ਪ੍ਰਪੰਚ ਕਰ ਰਿਹਾ ਹੈ ਉਹਨਾਂ ਤੋਂ ਫਿਰ ਇਹਨੂੰ ਪੂਰਨ ਸੰਤੁਸ਼ਟੀ ਨਹੀਂ ਮਿਲ ਰਹੀ, ਫਿਰ ਉਹਨਾਂ ਦਾ ਕੋਈ ਨਾ ਕੋਈ ਗਿਲਾ ਇਹਦੇ ਨਾਲ ਬਣਿਆ ਹੋਇਆ ਹੈ। ਅਤੇ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਖਰਹ
ਭਾਵ ਕਿ ਗਧਾ ਜਦੋਂ ਇਹ ਵੀ ਪ੍ਰਵਿਰਤੀ ਲੰਘ ਜਾਏ ਤਾਂ ਫਿਰ ਕੀ ਕਰਦਾ ਹੈ, ਫਿਰ ਆਪਣੇ ਜੀਵਨ ਦੀ ਤੋਰ ਬਣਾ ਲੈਂਦਾ ਕਿ ਮੇਰੀ ਹੁਣ ਕੋਈ ਮਰਜ਼ੀ ਨਹੀਂ। ਆਪਣੀ ਅਕਲ ਵੀ ਛੱਡ ਦਿੰਦਾ ਹੈ, ਆਪਣੀ ਸਮਝ ਵੀ ਛੱਡ ਦਿੰਦਾ ਹੈ, ਵਿਵੇਕ ਵੀ ਛੱਡ ਦਿੰਦਾ ਹੈ ਅਤੇ ਗਧੇ ਦੀ ਨਿਆਈ ਜੀਵਨ ਬਤੀਤ ਕਰਦਾ ਹੈ। ਹੁਣ ਗਧੇ ਦਾ ਕੀ ਸੁਭਾਅ ਹੈ, ਗਧੇ ਦੀ ਆਮ ਕਰਕੇ ਗੁਣ ਹੈ ਕਿ ਇਹਦੇ ਤੋਂ ਭਾਰ ਢੋਣ ਦਾ ਕੰਮ ਲਿਆ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਆਪਣੇ ਲੋਭ ਕਰਕੇ, ਸੰਬੰਧੀਆਂ ਦੇ ਲੋਭ ਕਰਕੇ, ਦੂਜਿਆਂ ਦੀਆਂ ਗਿਲਿਆਂ ਸ਼ਿਕਾਇਤਾਂ ਰੋਸਿਆਂ ਨੂੰ ਪੂਰੀਆਂ ਕਰਨ ਦੇ ਲਈ ਫਿਰ ਪਹਿਲਾਂ ਕੂਕਰ ਦੀ ਜੂਨ ਵਿੱਚ ਕੂਕਰ ਦੀ ਜੂਨ ਦਾ ਭਾਵ ਹੰਡਾਉਂਦਾ ਹੈ, ਫਿਰ ਇਸ ਤੋਂ ਬਾਅਦ ਗਿੱਦੜ ਦੀ, ਅਤੇ ਆਖਰ ਗਧੇ ਵਰਗਾ ਹੋ ਜਾਂਦਾ ਕਿ ਹੁਣ ਕੋਈ ਆਪਣਾ ਨਹੀਂ। ਬਸ ਇੱਕ ਵਾਰੀ ਦਿਖਾ ਦਿੱਤਾ, ਜਿਵੇਂ ਗਧੇ ਦੇ ਉੱਪਰ ਉਹਦਾ ਮਾਲਕ ਬੋਝ ਲੱਦ ਕੇ ਅਤੇ ਇੱਕ ਵਾਰੀ ਉਹਦੀ ਵਾਗ ਪਕੜ ਕੇ ਜਿਸ ਜਗ੍ਹਾ ਬੋਝ ਢੋਣਾ ਹੁੰਦਾ ਹੈ ਉੱਥੇ ਛੱਡ ਆਉਂਦਾ ਹੈ, ਅਤੇ ਫਿਰ ਗਧੇ ਦੀ ਸਮਝ ਦੇ ਅਨੁਸਾਰ ਫਿਰ ਉਹ ਸਾਰਾ ਦਿਨ ਇਹੋ ਕਿਰਿਆ ਕਰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਲੋਭ ਦੀਆਂ ਪ੍ਰਵਿਰਤੀਆਂ ਦਾ, ਗਰਜਾਂ ਦਾ ਮਾਰਿਆ ਹੋਇਆ ਜੀਵ ਆਖਰ ਗਧੇ ਵਾਲੀ ਹਾਲਤ ਵਾਲਾ ਹੋ ਜਾਂਦਾ ਅਤੇ ਸਾਰੀ ਜ਼ਿੰਦਗੀ ਇਹਨਾਂ ਦਾ ਹੀ ਭਾਰ ਢੋਂਦਾ। ਤਾਂ ਕਰਕੇ ਗੁਰਬਾਣੀ 'ਚ ਪਾਵਨ ਵਾਕ ਹੈ, ਖੇਦ ਪਇਓ ਬੇਗਾਰੀ ਨਿਆਈ ਘਰ ਕੈ ਕਾਮ ਨ ਆਇਆ। ਤਾਂ ਇਸੇ ਪ੍ਰਕਾਰ ਕੇ ਇੱਕ ਨਾ ਕਿਸੇ ਕਵੀ ਨੇ ਵਿਅੰਗਾਤਮਕ ਕਵਿਤਾ ਲਿਖੀ, ਉਹਦਾ ਮੈਂ ਭਾਵ ਤੁਹਾਡੇ ਨਾਲ ਸਾਂਝਾ ਕਰਾਂ। ਤਾਂ ਕਹਿੰਦੇ ਕਿ ਕਵੀ ਕਿਤੇ ਕਿਸੇ ਜਾ ਲੰਘ ਰਿਹਾ ਸੀ ਬਾਜ਼ਾਰ ਆਦਿਕ ਦੇ ਵਿੱਚੋਂ, ਕਿਸੇ ਨਗਰ ਦੇ ਵਿੱਚੋਂ, ਤਾਂ ਉੱਥੇ ਕੀ ਹੋਇਆ ਕਿ ਇੱਕ ਗਧਾ ਸੀ ਤਾਂ ਉਹ ਗੋਲ ਚੱਕਰ ਦੇ ਵਿੱਚ ਘੁੰਮੀ ਜਾ ਰਿਹਾ ਸੀ। ਤਾਂ ਉਹ ਕਵੀ ਉਹਦੇ ਕੋਲ ਖਲੋ ਗਿਆ, ਉਹ ਉਹਨੂੰ ਕਹਿਣ ਲੱਗਾ ਉਹ ਗਧੇ ਨੂੰ ਸੰਬੋਧਿਤ ਹੋ ਗਿਆ, ਕਹਿੰਦਾ ਕਿ ਜੋ ਉਹਦਾ ਕਵੀ ਦਾ ਆਪਣਾ ਨਾਮ ਸੀ ਉਹਨੇ ਗਧੇ ਦਾ ਕਹਿ ਦਿੱਤਾ, ਕਹਿੰਦਾ ਤੂੰ ਇਹ ਹੈ ਅਤੇ ਮੈਂ ਗਧਾ ਹੈ। ਤਾਂ ਲਾਗੋਂ ਕੋਈ ਹੋਰ ਲੰਘ ਰਿਹਾ ਸੀ, ਕਹਿੰਦਾ ਇਹ ਤਾਂ ਵੈਸੇ ਗਧਾ, ਇਹਨੂੰ ਨਾਮ ਦੇਣ ਦੀ ਕੀ ਲੋੜ ਹੈ, ਤੂੰ ਆਪਣਾ ਨਾਮ ਇਹਨੂੰ ਦੇ ਰਿਹਾ, ਇਹਦਾ ਨਾਮ ਆਪਣੇ 'ਤੇ ਅਪਲਾਈ ਕਰ ਰਿਹਾ, ਗੱਲ ਕੀ ਹੈ। ਕਹਿੰਦਾ ਗੱਲ ਕੀ ਹੈ ਕਿ ਸਾਰਾ ਦਿਨ ਇਹਨੇ ਆਪਣੇ ਮਾਲਕ ਦਾ ਬੋਝ ਢੋਇਆ ਹੈ। ਉਦਾਹਰਨ ਦੇ ਤੌਰ 'ਤੇ ਕੋਹਲੂ ਦੇ ਦੁਆਲੇ ਇਹਨੂੰ ਲਗਾਇਆ ਹੋਏਗਾ ਕੋਹਲੂ ਪੀੜਨ 'ਤੇ, ਅਤੇ ਹੁਣ ਕੀ ਹੈ ਕਿ ਕੋਹਲੂ ਤੋਂ ਛੁਟਕਾਰਾ ਹੋ ਗਿਆ, ਇੱਥੇ ਉਹਨੇ ਖੁੱਲ੍ਹਾ ਛੱਡ ਦਿੱਤਾ ਹੈ ਗਧੇ ਨੂੰ। ਪਰ ਇਹ ਵਿਚਾਰੇ ਦੇ ਅੰਦਰ ਹੁਣ ਉਹ ਕੋਹਲੂ ਦੇ ਆਲੇ ਦੁਆਲੇ ਘੁੰਮਣ ਦਾ ਭਾਵ ਇੰਨਾ ਗਹਿਰਾ ਹੋ ਗਿਆ ਹੈ ਕਿ ਜਦੋਂ ਕੋਹਲੂ ਦੀ ਉਹ ਪੰਜਾਲੀ ਤੋਂ ਛੁੱਟ ਗਿਆ ਉਦੋਂ ਵੀ ਘੁੰਮੀ ਜਾ ਰਿਹਾ ਹੈ। ਅਤੇ ਮੈਂ ਕਹਿੰਦਾ ਇਹਨੂੰ ਦੇਖ ਕੇ ਆਪਣੀ ਹਾਲਤ ਚੇਤੇ ਕੀਤੀ ਕਿ ਇਹਨੂੰ ਛੱਡ ਦਿੱਤਾ ਹੈ, ਮੈਂ ਪਰਿਵਾਰ ਤੋਂ ਦੂਰ ਹਾਂ, ਇੰਨੀ ਦੂਰ ਆ ਕਿ ਮੇਰੇ ਨੇੜੇ ਪਰਿਵਾਰ ਨਹੀਂ ਆ ਸਕਦਾ, ਪਰ ਪਰਿਵਾਰ ਦੀਆਂ ਅੰਦਰ ਪਈਆਂ ਹੋਈਆਂ ਲੋਭ ਦੀਆਂ ਗਰਜਾਂ ਦੀ ਪੂਰਤੀ ਦੇ ਲਈ ਮੈਂ ਇੱਥੇ ਵੀ ਉਹਨਾਂ ਦਾ ਗੁਲਾਮ। ਇਸ ਕਰਕੇ ਮੈਂ ਕਿਹਾ ਕਿ ਅਸੀਂ ਨਾਮ ਦਾ ਆਦਾਨ ਪ੍ਰਦਾਨ ਕਰ ਲਈਏ, ਜੇ ਮੈਨੂੰ ਵੀ ਗਧਾ ਕਹਿ ਲਿਆ ਜਾਵੇ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਖੇਦ ਪਇਓ ਬੇਗਾਰੀ ਨਿਆਈ ਘਰ ਕੈ ਕਾਮ ਨ ਆਇਆ। ਆਪਣੇ ਨਿੱਜ ਜੀਵਨ ਦੀ ਆਕਾਂਖਿਆ ਦਾ ਜਿਹੜਾ ਕੰਮ ਕੀਤਾ, ਜਿਵੇਂ ਮੈਨੂੰ ਜ਼ਿੰਦਗੀ 'ਚ ਐਸੇ ਬਹੁਤ ਇਨਸਾਨ ਮਿਲੇ ਨੇ ਜਿਵੇਂ ਜਦੋਂ ਕਿਸੇ ਕਲਾ ਦੇ ਪੱਖ 'ਚ ਗੱਲ ਕਰੀਦੀ ਹੈ ਤਾਂ ਉਹ ਕਹਿਣਗੇ ਜੀ ਕੁਦਰਤੀ ਸਾਨੂੰ ਵੀ ਅਕਾਲ ਪੁਰਖ ਵੱਲੋਂ ਆਹ ਕਲਾ ਮਿਲੀ ਹੋਈ ਸੀ, ਉਹ ਪਰਿਵਾਰ ਦੀਆਂ ਗਰਜਾਂ ਥੱਲੇ ਦੱਬ ਗਏ, ਉਹਨੂੰ ਪ੍ਰਫੁੱਲਿਤ ਹੀ ਨਹੀਂ ਕਰ ਸਕੇ। ਇਸ ਕਰਕੇ ਅਸੀਂ ਮਤਲਬ ਬੜੇ ਥਾਵਾਂ 'ਤੇ ਅਨਿਆਂ ਕਰਦੇ ਹਾਂ ਜ਼ਿੰਦਗੀ ਦੇ ਵਿੱਚ। ਜੇ ਅਨਿਆਂ ਦਾ ਵਿਧਾਨ ਦੇਖਿਆ ਜਾਵੇ ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਤੇਰੇ 3 ਤਰ੍ਹਾਂ ਦੇ ਸੰਬੰਧ ਨੇ, ਇਹਨਾਂ ਤਿੰਨਾਂ ਸੰਬੰਧਾਂ ਕਰਕੇ ਜਗਤ ਤੈਨੂੰ ਜਾਣਦਾ। ਜੇ ਅਗਰ 3 ਸੰਬੰਧਾਂ ਦੇ ਕਰਕੇ, 3 ਪ੍ਰਵਿਰਤੀਆਂ ਕਰਕੇ ਸੰਬੰਧ ਨਾ ਹੋਣ ਤੇ ਸੰਸਾਰ ਦੀ ਘਾੜਤ ਪੂਰੀ ਹੁੰਦੀ ਨਹੀਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤੇਰੇ ਸੰਬੰਧੀ ਇਸ ਤਰ੍ਹਾਂ ਦੇ ਨੇ। ਇਸ ਕਰਕੇ ਇਹਨਾਂ ਗੱਲਾਂ ਨੂੰ ਵਾਚਣਾ ਚਾਹੀਦਾ ਹੈ। ਜਿਵੇਂ ਸਿਆਣੇ ਇਨਸਾਨ ਨੇ ਨਾ, ਉਹ ਥੋੜ੍ਹੇ ਸਮੇਂ ਬਾਅਦ ਜਾ ਕੇ ਜਿਹੜੇ ਦਿਲ ਦੀ ਸਾਫ਼ ਗੋਈ ਵਾਲੇ ਬੰਦੇ ਨੇ ਉਹਨਾਂ ਨਾਲ ਆਪਣੇ ਸੰਬੰਧ ਬਣਾਉਣੇ ਸ਼ੁਰੂ ਕਰ ਦਿੰਦੇ ਨੇ। ਉਹਨਾਂ ਨੂੰ ਪਤਾ ਹੈ ਪਦਾਰਥਕ ਤਲ 'ਤੇ ਜੀਵਨ ਨਹੀਂ ਜਿਉਂ ਰਹੇ। ਤਾਂ ਇਸੇ ਪ੍ਰਕਾਰ ਜਦੋਂ ਅਸੀਂ ਇਹ ਵਾਕ ਸੁਣਦੇ ਹਾਂ ਤਾਂ ਇਹਨਾਂ ਨੂੰ ਥੋੜ੍ਹਾ ਜਿਹਾ ਚਿੰਤਨ ਦੀ ਥਾਂ ਆਪਣੀ ਜ਼ਿੰਦਗੀ 'ਚ ਦੇਣੀ ਚਾਹੀਦੀ ਹੈ ਕਿ ਘੱਟੋ ਘੱਟ ਮੈਂ ਲੋਭ ਕਰਕੇ ਕਿੰਨਿਆਂ ਨਾਲ ਜੁੜਿਆ ਹੋਇਆ, ਜਾਂ ਕਿੰਨਿਆਂ ਨੂੰ ਸੰਬੰਧੀ ਬਣਾਇਆ ਹੋਇਆ, ਜਾਂ ਕਿੰਨੇ ਐਸੇ ਨੇ ਜਿਨ੍ਹਾਂ ਨੇ ਲੋਭ ਕਰਕੇ ਮੇਰੇ ਨਾਲ ਨਾਤਾ ਜੋੜਿਆ ਹੋਇਆ। ਜਦੋਂ ਇਸ ਗੱਲ ਨੂੰ ਵਾਚਾਂਗੇ ਤਾਂ ਇਹਦੇ ਨਾਲ ਸਾਡੇ ਜਿਹੜੇ ਤੰਦਰੁਸਤ ਸੰਬੰਧ ਬਚੇ ਰਹਿਣਗੇ, ਜਿਹੜੇ ਬਿਮਾਰ ਸੰਬੰਧ ਹੋਣਗੇ ਉਹ ਆਪਣੇ ਆਪ ਛੁੱਟ ਜਾਣਗੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਆਲ ਖਰਹੇ। ਤਾਂ ਇਸ ਕਰਕੇ ਸੰਸਾਰੀ ਮਨੁੱਖਾਂ ਦੇ ਹੇ ਮਨੁੱਖ ਤੇਰੇ ਨਾਲ 3 ਤਰ੍ਹਾਂ ਕਰਕੇ ਸੰਬੰਧ ਹਨ। ਬਿਖਮ ਸਥਾਨ ਮਨ ਮੋਹ ਮਦਿਰੰ ਮਹਾ ਅਸਾਦ ਪੰਚ ਤਸਕਰ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਹੁਣ ਜੰਗਲ ਦਾ ਰੂਪਕ ਵਰਤਿਆ ਹੈ। ਜੰਗਲ ਦੇ ਵਿੱਚ ਕੋਈ ਵੀ ਐਸਾ 1 ਫੁੱਟ ਵੀ ਥਾਂ ਨਹੀਂ ਹੁੰਦਾ ਜਿੱਥੇ ਝਾੜੀਆਂ, ਪੱਤੇ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਔਖਾ ਜਿਹਾ ਭਾਵ ਵਾਲਾ ਥਾਂ ਨਾ ਹੋਵੇ। ਭਾਵ ਸਾਰੇ ਜੰਗਲ ਵਿੱਚ ਇਵੇਂ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਿਖਮ ਸਥਾਨ। ਹੁਣ ਸੋਚਦਾ ਮਨੁੱਖ ਇਸ ਜੰਗਲ ਦੇ ਵਿੱਚ ਵੜਿਆ ਹੋਇਆ ਕਿ ਲੋਭ ਦੀਆਂ ਗਰਜਾਂ ਵੀ ਪੂਰੀਆਂ ਕੀਤੀਆਂ ਨੇ, ਤਾਂ
ਹੋਰ ਵੀ ਇਹਨਾਂ ਦੇ ਰੋਸੇ ਗਿਲੇ ਵੀ ਸਹੇ ਨੇ, ਗਧੇ ਵਾਂਗ ਸਾਰੀ ਜ਼ਿੰਦਗੀ ਇਹਨਾਂ ਦੀ ਜ਼ਿੰਮੇਵਾਰੀਆਂ ਦਾ ਭਾਰ ਵੀ ਢੋਇਆ ਹੈ। ਅਤੇ ਆਖਰ ਜਿਵੇਂ ਜੰਗਲ ਦੇ ਵਿੱਚ ਝਾੜੀਆਂ ਦੇ ਵਿੱਚੋਂ ਮਨੁੱਖ ਲੰਘ ਰਿਹਾ ਹੋਵੇ ਤਾਂ ਕਿਤੇ ਤਾਂ ਜਿਵੇਂ ਝਾੜੀਆਂ ਬਾਰ-ਬਾਰ ਵੱਜਣ, ਆਖਰ ਕਿਤੇ ਤਾਂ ਆਸ ਕਰਦਾ ਕਿ ਥੋੜ੍ਹਾ 2-3 ਫੁੱਟ ਕੋਈ 5-7 ਮੀਟਰ ਥਾਂ ਆਏਗਾ ਜਿਹੜਾ ਬਿਲਕੁਲ ਪੱਧਰਾ ਹੋਏਗਾ। ਫਿਰ ਜਿਵੇਂ ਆਪਣੇ ਸਾਰੀਆਂ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਨਿਭਾ ਕੇ ਬੁਢਾਪੇ ਦੀ ਔਧ ਦੇ ਵਿੱਚੋਂ ਗੁਜ਼ਰਦਾ ਹੈ ਤਾਂ ਫਿਰ ਸਮਝਦਾ ਕਿ ਇਹਦੇ ਵਿੱਚ ਸ਼ਾਂਤ ਹੋਏਗਾ, ਅਤੇ ਲੋਭ ਦੀ ਪ੍ਰਵਿਰਤੀ ਇੱਥੇ ਆ ਕੇ ਵੀ ਉਹਨੂੰ ਫੜ ਲੈਂਦੀ ਹੈ ਕਿ ਬਾਪੂ ਜੇ ਤੇਰਾ ਕੋਈ ਹੁਣ ਹੋਰ ਕੋਈ ਪ੍ਰਯੋਗ ਨਹੀਂ ਬਚਿਆ, ਘੱਟੋ ਘੱਟ ਬਾਜ਼ਾਰ ਦੇ ਬਿੱਲ ਆਦਿਕ ਤਾਰਨ ਦੇ ਸੌਦੇ ਆਦਿਕ, ਬੱਚੇ ਛੱਡ ਕੇ ਲਿਆਉਣ ਆਦਿਕ ਦਾ ਹੀ ਕੰਮ ਪੂਰਾ ਕਰੀ ਜਾ। ਇੱਥੇ ਆ ਕੇ ਵੀ ਬਜ਼ੁਰਗ ਦਾ ਮੈਂ ਇਸ ਕਰਕੇ ਦੁਨੀਆ ਦੇ ਵਿੱਚ ਉਪਯੋਗਤਾ ਕੀ ਹੈ ਕਿ ਸੰਬੰਧੀ ਨੇ ਹੋਰ ਤੇਰੇ ਤੋਂ ਕੋਈ ਗਰਜ ਨਹੀਂ ਬਣ ਸਕਦੀ, ਕਿਉਂਕਿ ਤੇਰੀ ਅਵਸਥਾ ਐਸੀ ਨਹੀਂ ਰਹੀ। ਤਾਂ ਫਿਰ ਤੈਨੂੰ ਉਸ ਹਾਲਤ ਦੇ ਵਿੱਚ ਪਾਲਿਆ ਜਾਂਦਾ ਹੈ ਜਿੱਥੇ ਜਾ ਕੇ ਤੂੰ ਆਪਣੇ ਆਤਮਿਕ ਸਕੂਨ ਨੂੰ ਮੰਨਣ ਦੀ ਬਜਾਏ ਵੀ ਸੰਸਾਰ ਤੈਨੂੰ ਆਪਣੀ ਪ੍ਰਵਿਰਤੀ ਦੇ ਅਧੀਨ ਕਰ ਲੈਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਿਖਮ ਸਥਾਨ, ਜਦ ਤੂੰ ਜੰਗਲ ਦੇ ਵਿੱਚ ਦਾਖਲ ਹੋ ਗਿਆ ਤਾਂ ਇਹ ਆਸ ਕਰਦਾ ਕਿ ਕੋਈ ਐਸਾ ਥਾਂ ਮਿਲ ਜਾਏਗਾ ਜਿੱਥੇ ਮੈਨੂੰ ਆ ਲੋਭ ਗਰਜਾਂ ਆਦਿਕ ਦੀਆਂ ਝਾੜੀਆਂ ਨਹੀਂ ਵੱਜਣਗੀਆਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਿਖਮ ਸਥਾਨ ਇਹ ਜੀਵਨ ਦੇ ਅੰਤ ਤੱਕ ਬਣਿਆ ਰਹੇਗਾ, ਅਤੇ ਇਹ ਇੰਨਾ ਜ਼ਿਆਦਾ ਬਣਿਆ ਰਹੇਗਾ। ਕਿਸੇ ਜਗ੍ਹਾ ਮੈਂ ਕਿਤੇ ਇੱਕ ਗੱਲ ਸੁਣੀ ਸੀ ਕਿਸੇ ਦੀ ਕਿ ਉਹਨਾਂ ਦੇ ਬਜ਼ੁਰਗ ਦੇ ਹੱਥ ਦੇ ਅੰਦਰ ਨਾ ਕਿਤੇ ਸੋਨੇ ਦੀ ਕੋਈ ਛਾਪ ਆਦਿਕ ਪਈ ਸੀ, ਤਾਂ ਉਹ ਕਿ ਜਦੋਂ ਚੜ੍ਹਾਈ ਕਰ ਗਿਆ ਤਾਂ ਉਹਨਾਂ ਸਭ ਤੋਂ ਪਹਿਲਾਂ ਕਹਿੰਦੇ ਇਹ ਉਤਾਰ ਲਓ, ਅਤੇ ਇਹਦੇ ਲਈ ਜੋ ਵੀ ਕਰਨਾ ਪਵੇ, ਇੱਥੋਂ ਤੱਕ ਜੇ ਉਂਗਲ ਵੀ ਵੱਢਣੀ ਪਏ ਤਾਂ ਇਹ ਵੀ ਵੱਢ ਲਓ। ਗੁਰੂ ਸਾਹਿਬ ਜੀ ਕਹਿੰਦੇ ਲੋਭ ਦੀ ਪ੍ਰਵਿਰਤੀ ਇੱਥੋਂ ਤੱਕ ਜਾਂਦੀ ਹੈ, ਬਿਖਮ ਸਥਾਨ। ਇਸ ਕਰਕੇ ਇਹ ਆਕਾਂਖਿਆ ਕਰਨੀ ਕਿ ਜਿਹੜੀਆਂ ਲੋਭ ਦੀਆਂ ਜਾਂ ਵਾਸਨਾ ਦੀਆਂ ਝਾੜੀਆਂ ਬਾਰ-ਬਾਰ ਤੈਨੂੰ ਵੱਜਦੀਆਂ ਹਨ, ਕੋਈ ਜੀਵਨ ਦਾ ਸਮਾਂ ਆਏਗਾ ਕਿ ਇਹਨਾਂ ਤੋਂ ਬਿਲਕੁਲ ਤੂੰ ਮੁਕਤ ਹੋ ਜਾਏਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਿਖਮ ਸਥਾਨ ਇਹ ਗੱਲ ਸੰਭਵ ਨਹੀਂ ਹੈ, ਕਿਉਂਕਿ ਸੰਸਾਰ ਦੀ ਪ੍ਰਵਿਰਤੀ ਹਮੇਸ਼ਾ ਤੈਨੂੰ ਆਪਣੇ ਤਰਫ ਵੱਲ ਖਿੱਚਣ ਦੀ ਹੈ। ਇਸ ਕਰਕੇ ਹੁਣ ਕਈ ਵਾਰੀ ਲੋਭ ਦੀ ਪ੍ਰਵਿਰਤੀ ਨੂੰ ਜੇ ਮਨੋਵਿਗਿਆਨਕ ਤੌਰ 'ਤੇ ਵਾਚਿਆ ਜਾਵੇ ਤਾਂ ਉਹ ਕੀ ਹੈ, ਲੋਭ ਦੀ ਪ੍ਰਵਿਰਤੀ ਹਮੇਸ਼ਾ ਜਿਵੇਂ ਸਾਡੇ ਅੰਦਰ ਲੋਭ ਪੈਦਾ ਹੁੰਦਾ ਹੈ ਤਾਂ ਅਸੀਂ ਕਹਿੰਦੇ ਨਾ ਇਹ ਚੀਜ਼ ਸਾਡੇ ਕੋਲ ਹੀ ਹੋਵੇ, ਦੂਜੇ ਕੋਲ ਨਾ ਹੋਵੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਦੇ ਅੰਦਰ ਜਦ ਲੋਭ ਦੀ ਪ੍ਰਵਿਰਤੀ ਹੁੰਦੀ ਹੈ ਤਾਂ ਤੁਹਾਨੂੰ ਆਪਣੇ ਤੱਕ ਸੀਮਤ ਰੱਖਦੀ ਹੈ, ਅਤੇ ਤੁਹਾਡੇ ਅੰਦਰ ਜਿਹੜਾ ਪਰਮੇਸ਼ਵਰੀ ਕਰਮ ਦਾ ਵਿਧਾਨ ਬਣਨਾ ਹੁੰਦਾ ਹੈ ਉਹਨੂੰ ਸੀਮਤ ਕਰ ਦਿੰਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਿਖਮ ਸਥਾਨ। ਹੁਣ ਇਹ ਝਾੜੀਆਂ ਬਾਰ-ਬਾਰ ਕਾਹਦੇ ਕਰਕੇ ਵੱਜ ਰਹੀਆਂ ਹਨ? ਮਨ ਮੋਹ ਮਦਰੰ। ਗੁਰੂ ਸਾਹਿਬ ਜੀ ਕਹਿੰਦੇ ਮਨ ਨੂੰ ਮੋਹ ਦਾ ਨਸ਼ਾ ਚੜ੍ਹਿਆ ਹੋਇਆ ਹੈ, ਅਤੇ ਪ੍ਰਪੰਚ ਕਰਦਿਆਂ ਹੋਇਆਂ ਵੀ ਇਸ ਕਰਕੇ ਪ੍ਰਪੰਚ ਕਰਦਿਆਂ ਵੀ ਉਸ ਨਸ਼ੇ ਵਿੱਚ ਰਹਿੰਦਾ ਹੈ। ਹੁਣ ਜਿਵੇਂ ਬਹੁਤੇ ਅਪਰਾਧੀ ਆਪਣੇ ਅਪਰਾਧ ਨੂੰ ਨਸ਼ੇ ਵਿੱਚ ਅੰਜਾਮ ਦਿੰਦੇ ਨੇ, ਇਸੇ ਪ੍ਰਕਾਰ ਜਦੋਂ ਮਨੁੱਖ ਮੋਹ ਦੇ ਨਸ਼ੇ ਵਿੱਚ ਹੁੰਦਾ ਹੈ ਤਾਂ ਧਰਮ ਦਾ ਜਿਹੜਾ ਸਰੂਪ ਹੈ ਉਹਨੂੰ ਭੁੱਲ ਕੇ ਜਿਹੜੇ ਸਾਰੇ ਅਨੈਤਿਕ ਕਾਰਜ ਅੰਦਰੂਨੀ ਤੌਰ 'ਤੇ ਕੀਤੇ ਜਾਣੇ ਹਨ ਉਹਨਾਂ ਨੂੰ ਅੰਜਾਮ ਦਿੰਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਨ ਮੋਹ ਮਦਿਰੰ। ਜਿਵੇਂ ਨਸ਼ਈ ਕਿਸਮ ਦਾ ਇਨਸਾਨ ਹੁੰਦਾ ਹੈ ਤਾਂ ਉਹਦੇ ਸਰੀਰ ਦੇ ਉੱਪਰ ਕੋਈ ਜ਼ਖਮ ਵੀ ਹੋਵੇ ਜਾਂ ਕਿਸੇ ਉਹੋ ਜਿਹੀ ਗਲਤ ਥਾਂ ਦੇ ਉੱਪਰ ਵੀ ਪਿਆ ਹੋਵੇ ਤਾਂ ਉਹਨੂੰ ਮਹਿਸੂਸ ਨਹੀਂ ਹੁੰਦਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਮਨ ਮੋਹ ਮਦਿਰੰ। ਜਿਸ ਮਨ ਦੇ ਪੱਧਰ 'ਤੇ ਚੇਤਨਾ ਨੇ ਤੈਨੂੰ ਇਹ ਖਿਆਲ ਦੇਣਾ ਹੈ ਕਿ ਤੂੰ ਇਸ ਵਿਕਾਰ ਦੇ ਅਧੀਨ ਹੈ, ਉਹੋ ਹੀ ਵਿਕਾਰ ਨੇ ਤੇਰੇ ਮਨ ਨੂੰ ਹੀ ਗਰਸ ਲਿਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਨ ਮੋਹ ਮਦਿਰੰ। ਇਸ ਤਰ੍ਹਾਂ ਦਾ ਨਸ਼ਾ ਕੀਤਾ ਹੋਇਆ ਹੈ ਕਿ ਅਗਰ ਕੋਈ ਝਾੜੀ ਵੱਜਦੀ ਹੈ, ਭਾਵ ਕਿ ਲੋਭ ਕਰਕੇ ਕਿਸੇ ਨੇ ਤੇਰੀ ਗਰਜ ਕਰਕੇ ਤੇਰੇ ਤੋਂ ਆਪਣਾ ਹਿੱਤ ਪੂਰਾ ਕਰਕੇ ਅਤੇ ਤੈਨੂੰ ਵਰਤੋਂ ਦਾ ਪ੍ਰਯੋਗ ਕੀਤਾ ਹੈ, ਉੱਥੇ ਵੀ ਮਨੁੱਖ ਨਹੀਂ ਜਾਗਦਾ ਅਤੇ ਉੱਥੇ ਕਹਿੰਦਾ ਚਲੋ ਕੋਈ ਗੱਲ ਨਹੀਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਹਾ ਅਸਾਧ ਪੰਚ ਤਸਕਰ ਹੈ। ਅਤੇ ਅੱਗੇ ਇਸ ਮੋਹ ਤੋਂ ਲੰਘਦਿਆਂ ਹੋਇਆਂ ਮਹਾ ਅਸਾਧ ਐਸੇ ਭਿਆਨਕ ਕੰਡੇ ਹਨ ਜਿਹੜੇ ਹਨ ਕਿ ਪੰਚ ਤਸਕਰ ਹੈ। ਹੁਣ ਜਿਵੇਂ ਜੰਗਲ ਦੇ ਵਿੱਚ ਕੁਝ ਐਸੀ ਜੜੀਆਂ ਬੂਟੀਆਂ ਬਾਰੇ ਪ੍ਰਾਪਤ ਹੁੰਦਾ ਹੈ ਕਿ ਕੁਝ ਕੰਡੇ ਐਸੇ ਹਨ ਅਗਰ ਛੋਹ ਵੀ ਜਾਣ ਅਤੇ ਉਹਨਾਂ ਛੋਹ ਦੇ ਨਾਲ ਹੀ ਸਾਰੀ ਚਮੜੀ ਜਿਹੜੀ ਹੈ ਦਗਦ ਹੋ ਜਾਂਦੀ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਮਹਾ ਅਸਾਧ ਐਸੇ ਤੀਖਣ ਕੰਡੇ ਹਨ 5 ਵਿਕਾਰਾਂ ਦੇ ਰੂਪ ਵਿੱਚ ਜਿਹੜੇ ਇੱਕ ਵਾਰੀ ਖੁੱਭਦੇ ਹਨ ਅਤੇ ਜ਼ਿੰਦਗੀ ਭਰ ਨਾਸੂਰ ਬਣ ਕੇ ਰਹਿ ਜਾਂਦੇ ਹਨ। ਜਿਵੇਂ ਨਾਸੂਰ ਕੀ ਕਹਿੰਦੇ ਹਨ, ਜਦੋਂ ਕੋਈ ਕੰਡਾ ਸਰੀਰ ਦੇ ਅੰਦਰ ਤੁਰ ਪਵੇ ਨਾ ਤਾਂ ਉਹ ਆਪਣੀ ਗਰਦਿਸ਼ ਸ਼ੁਰੂ ਕਰ ਦਿੰਦਾ ਸਰੀਰ ਦੇ ਅੰਦਰ, ਫਿਰ ਜਿੱਧਰ ਦੀ ਉਹ ਲੰਘਦਾ ਉੱਥੇ ਭਿਆਨਕ ਦਰਦ ਪੈਦਾ ਕਰੀ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਦੇ ਵਿੱਚ ਪ੍ਰਵੇਸ਼ ਹੋਏ ਨੂੰ, ਸੰਸਾਰ ਜੰਗਲ ਦੇ ਵਿੱਚ ਪ੍ਰਵੇਸ਼ ਹੋਏ ਨੂੰ 5 ਵਿਕਾਰਾਂ ਦੇ ਕੰਡੇ ਵੱਜੇ ਹਨ। ਹੁਣ ਇੰਨੇ ਗਹਿਰੇ ਚਲੇ ਗਏ ਹਨ ਕਿ ਉਹਨਾਂ 5 ਵਿਕਾਰਾਂ ਦੀ ਪੀੜ ਨੂੰ ਪੂਰਿਆਂ ਕਰਨ ਦੇ ਲਈ
ਜ਼ਿੰਦਗੀ ਭਰ ਪੰਜਾਂ ਦਾ ਗੁਲਾਮ ਹੋ ਕੇ ਰਹਿੰਦਾ ਤਾਂ ਗੁਰੂ ਸਾਹਿਬ ਜੀ ਕਹਿੰਦੇ ਮਹਾ ਅਸਾਧ ਪੰਚ ਤਸਕਰਹ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਹੀਤ ਮੋਹ ਪੈ ਭਰਮ ਭਰਮਣੰ ਅਹੰ ਫਾਸ ਤੀਖਿਆਣ ਕਠਿਨਹ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸ ਤੋਂ ਇਲਾਵਾ ਇੱਕ ਹੋਰ ਸਥਿਤੀ ਹੈ ਇਹਦੀ ਕਿ ਹੀਤ ਮੋਹ ਹੋ ਸਕਦਾ ਇੱਕ ਸਮੇਂ 'ਤੇ ਜਾ ਕੇ ਪਰਿਵਾਰ ਸਾਨੂੰ ਕਹਿ ਦੇ ਕਿ ਚੱਲ ਤੂੰ ਆਪਣੀ ਜ਼ਿੰਦਗੀ ਜਿਉਂ ਲੈ, ਹੁਣ ਜੇ ਤੇਰੀ ਕੋਈ ਜੀਵਨ ਦੀ ਕੁਝ ਕਿਸ ਤਰ੍ਹਾਂ ਦੀ ਮਹੱਤਤਾ ਕੋਈ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹੀਤ ਮੋਹ, ਫਿਰ ਉੱਥੇ ਕਹਿੰਦਾ, ਫਿਰ ਉੱਥੇ ਵੀ ਇੱਕ ਵਾਕ ਵਰਤਦਾ ਹੈ ਕਿ ਹੁਣ ਤੁਹਾਡੇ ਬਿਨਾਂ ਮੇਰਾ ਕੌਣ ਹੋਏਗਾ, ਅਤੇ ਇਸ ਕਰਕੇ ਮੈਂ ਤੁਹਾਡੇ ਨਾਲ ਹੀ ਰਹਿਣਾ ਚਾਹੁੰਦਾ, ਕੋਈ ਦੂਜਾ ਕਿਸੇ ਪ੍ਰਕਾਰ ਦਾ ਸੰਬੰਧ ਨਹੀਂ ਖੜਾ ਕਰਨਾ ਚਾਹੁੰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹੀਤ ਮੋਹ, ਮੋਹ ਦੇ ਹਿੱਤ ਕਰਕੇ ਫਿਰ ਛੁੱਟਦੀ ਨਹੀਂ ਹੈ ਫਾਈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਭੈ ਭਰਮ ਭ੍ਰਮਣੰ, ਫਿਰ ਇਸ ਕਰਕੇ ਭੈ ਦੇ ਵਿੱਚ ਰਹਿੰਦਾ ਹੈ ਕਿ ਜੇ ਇਹ ਨਾ ਮੇਰੇ ਨਿਕਟ ਹੋਏ ਤਾਂ ਫਿਰ ਹੋਰ ਦੂਜਾ ਕੌਣ ਹੋਏਗਾ। ਕਹਿੰਦੇ ਇਸੇ ਗੁਰੂ ਸਾਹਿਬ ਜੀ ਕਹਿੰਦੇ ਭੈ ਦੇ ਵਿੱਚ ਭਰਮ ਭ੍ਰਮਣੰ, ਭ੍ਰਮਣ ਦੇ ਵਿੱਚ ਕਿ ਇਹਨਾਂ ਤੋਂ ਇਲਾਵਾ ਵੀ ਮੇਰਾ ਕੋਈ ਸੰਗੀ ਹੈ, ਇਸ ਭਰਮ ਦੇ ਵਿੱਚ ਭ੍ਰਮਣੰ ਭਟਕਦਾ ਰਹਿੰਦਾ ਸਾਰੀ ਜ਼ਿੰਦਗੀ, ਅਤੇ ਫਿਰ ਉਹਨਾਂ ਸੰਬੰਧਾਂ ਤੋਂ ਇਲਾਵਾ ਦੂਜਾ ਸੰਬੰਧ ਕੋਈ ਬਣਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਇਸ ਕਰਕੇ ਵਰਤਮਾਨ ਦੁਨੀਆ ਦੇ ਵਿੱਚ ਜਿਹੜੀ ਸਮਾਜਿਕ ਸਥਿਤੀ ਹੈ ਉਹ ਪਰਿਵਾਰ ਤੋਂ ਅੱਗੇ ਲੰਘਦੀ ਨਹੀਂ ਹੈ। ਬੰਦਾ ਕਦੀ ਸੋਚੇ, ਕਦੀ ਹੁਣ ਸਾਡੇ ਆਪਣੇ ਜੀਵਨ 'ਚ ਵਿੱਚ ਵਾਚੀਏ ਤਾਂ ਸਾਡੀ ਕਿੰਨਿਆਂ ਕੁ ਦੇ ਨਾਲ ਗਿਆਨਾਤਮਕ ਸਾਂਝ ਹੈ, ਕੇਵਲ ਸੰਬੰਧਾਂ ਦੀ ਸਾਂਝ ਹੈ, ਤਾਂ ਉਹ ਵੀ ਸੰਬੰਧ ਉਹ ਨੇ ਜਿਹੜੇ ਅਸੀਂ ਆਪ ਨਹੀਂ ਘੜੇ ਹੋਏ। ਹੁਣ ਉਦਾਹਰਨ ਦੇ ਤੌਰ 'ਤੇ ਬੰਦਾ ਥੋੜ੍ਹਾ ਸਿਆਣਾ ਹੁੰਦਾ ਨਾ, ਤਾਂ ਉਹ ਆਪਣੇ ਜੀਵਨ ਦੀ ਸਾਰੀ ਸੂਝ-ਬੂਝ ਆਪਣੇ ਅਨੁਸਾਰ ਕਰਦਾ ਹੈ ਕਿ ਮਕਾਨ ਮੇਰੇ ਜਿਵੇਂ ਮੈਂ ਸੋਚਦਾ ਇਵੇਂ ਹੋਣਾ ਚਾਹੀਦਾ, ਮੇਰੀ ਉੱਠਣ ਬੈਠਣ ਦਾ ਢੰਗ ਜਿਵੇਂ ਮੈਨੂੰ ਚੰਗਾ ਲੱਗਦਾ ਉਵੇਂ ਹੋਣਾ ਚਾਹੀਦਾ। ਪਰ ਸੰਬੰਧ ਉਹ ਹੰਢਾਉਂਦਾ ਹੈ ਜਿਹੜੇ ਕੁਦਰਤੀ ਸਮਾਜ ਨੇ ਦਿੱਤੇ ਹੁੰਦੇ ਹਨ, ਅਤੇ ਉਹਨਾਂ ਦੇ ਵਿੱਚ ਜ਼ਿੰਦਗੀ ਦਾ ਅੰਸ਼ ਕੋਈ ਨਹੀਂ ਹੁੰਦਾ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਹੀਤ ਮੋਹ ਪੈ ਭਰਮ ਭ੍ਰਮਣੰ, ਇਸ ਭ੍ਰਮਣ ਦੇ ਵਿੱਚ ਪਿਆ। ਹੁਣ ਗਿਆਨਾਤਮਕ ਗੁਰੂ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਅਸਨ ਬਸਨ ਆਨ ਤਾਮ ਕਾਹੂ ਮੈਂ ਨਾ ਦੇਖਿਓ, ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਕਿ ਦੁਨੀਆ ਦੇ ਵਿੱਚ ਸਭ ਤੋਂ ਉੱਤਮ ਨਾਤਾ ਸਾਧ ਸੰਗਤ ਦਾ ਗੁਰੂ ਚਰਨਾਂ ਦੇ ਨਾਲ ਹੈ। ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇ ਗਹੁ ਨਾਲ ਵਾਚੀਏ ਕਿ ਸਾਡੇ ਜੀਵਨ ਦਾ ਇਹ ਨਾਤਾ ਗੁਰੂ ਦੇ ਚਰਨਾਂ ਨਾਲ ਕਿੱਡਾ ਕੁ ਵੱਡਾ ਹੈ ਜਾਂ ਕਿੰਨਾ ਕੁ ਗੂੜਾ ਹੈ, ਯਕੀਨਨ ਇਸ ਸਿੱਟੇ 'ਤੇ ਪਹੁੰਚਾਂਗੇ ਕਿ ਹਲਕਾ ਫੁਲਕਾ ਜਿਹਾ ਹੀ ਹੈ, ਉਹ ਵੀ ਲੋਕਾਚਾਰੀ ਕਰਕੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹੀਤ ਮੋਹ ਪੈ ਭਰਮ ਭ੍ਰਮਣੰ, ਜੇ ਤੁਸੀਂ ਇਹਦਾ ਛੁਟਕਾਰਾ ਵੀ ਕਰਵਾਉਣਾ ਚਾਹੋ ਨਾ, ਕਿ ਤੈਨੂੰ ਨਵੇਂ ਸੰਬੰਧੀ ਦਿੰਨੇ ਆ ਜਿਹੜੇ ਤੇਰੇ ਤੋਂ ਲੋਭ ਦੀ ਕੋਈ ਮੰਗ ਨਹੀਂ ਕਰਨਗੇ, ਕੋਈ ਤੇਰੇ ਨਾਲ ਰੋਸ ਗਿਲਾ ਨਹੀਂ ਕਰਨਗੇ, ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਤਾਂ ਵੀ ਨਹੀਂ ਇਹ ਛੱਡ ਸਕੇਗਾ। ਕਿਉਂ? ਅਹੰ ਫਾਸ ਤੀਖਿਆਣ ਕਠਿਨਹ, ਕਿਉਂਕਿ ਸਾਰੀ ਜ਼ਿੰਦਗੀ ਇਸ ਭਾਵ ਦੇ ਵਿੱਚ ਜੀਵਿਆ ਹੈ ਕਿ ਅਹੰ ਭਾਵ ਮੇਰੇ ਹਨ, ਮੇਰੇ ਨਿਕਟਵਰਤੀ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਫਾਸੀ ਤੀਖਿਆਣ ਧੁਰ ਅੰਦਰ ਤੱਕ ਪਈ ਹੈ, ਅਤੇ ਕਠਿਨਹ ਇੰਨੀ ਕਠਿਨ ਹੈ ਕਿ ਆਪਣੇ ਯਤਨ ਦੇ ਨਾਲ ਗਲੋਂ ਲੈਣ ਵਾਲੀ ਨਹੀਂ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਅਹੰ ਫਾਸ ਤੀਖਿਆਣ ਕਠਿਨਹ। ਅੱਗੇ ਬਖਸ਼ਿਸ਼ ਕਰਦੇ ਹਨ, ਪਾਵਕ ਤੋ ਅਸਾਧ ਘੋਰੰ ਅਗੰਮ ਤੀਰ ਨਹ ਲੰਘਨਹ। ਤਾਂ ਗੁਰੂ ਸਾਹਿਬ ਜੀ ਕਹਿੰਦੇ ਪਾਵਕ ਧੋਅੰ, ਹੁਣ ਜੰਗਲ ਦੇ ਵਿੱਚ ਕਈ ਥਾਵਾਂ 'ਤੇ ਨਾ ਟੋਭਾ ਬਣਿਆ ਹੁੰਦਾ। ਹੁਣ ਇਸ ਕਰਕੇ ਗੁਰਬਾਣੀ ਦਾ ਜਿੰਨਾ ਚਿਰ ਕਿਵੇਂ ਇੱਕ ਦਿਨ ਕਿਸੇ ਦਿਨ ਮੈਂ ਆਪਣੇ ਅਨੁਭਵ ਦੀ ਕੰਸੈਪਸ਼ਨ ਬਣਾ ਰਿਹਾ ਸੀ, ਤਾਂ ਉਹਦੇ ਵਿੱਚ ਜਿੰਨਾ ਚਿਰ ਗੁਰਬਾਣੀ ਦੇ ਰੂਪਕ ਦੀ ਪੂਰੀ ਇੰਟੈਂਸਿਟੀ ਸਾਡੇ ਅੰਦਰ ਨਹੀਂ ਉਤਰੇਗੀ, ਗੁਰਬਾਣੀ ਦੇ ਅਰਥ ਬੋਧ ਦੇ ਨੇੜੇ ਨਹੀਂ ਹੋ ਸਕਾਂਗੇ। ਇਸ ਲਈ ਜੰਗਲ ਦੀ ਵੀ ਭਟਕਣਾ ਚਾਹੀਦੀ ਤਾਂ ਕਿ ਸਾਨੂੰ ਜੰਗਲ ਦਾ ਪੂਰਾ ਅਨੁਭਵ ਹੋਵੇ। ਹੁਣ ਜੰਗਲ ਦੇ ਵਿੱਚ ਨਾ ਕਈ ਜਗ੍ਹਾ ਟੋਭਾ ਬਣਿਆ ਹੁੰਦਾ, ਮਤਲਬ ਪਾਣੀ ਜਮ੍ਹਾਂ ਹੋਇਆ ਹੁੰਦਾ ਵਰਖਾ ਦਾ, ਤਾਂ ਉਹਦੇ ਉੱਪਰ ਬਹੁਤ ਜ਼ਿਆਦਾ ਪੱਤੇ ਗਿਰ ਜਾਂਦੇ ਨੇ, ਤਾਂ ਉਹਨਾਂ ਪੱਤਿਆਂ ਦੀ ਕੋਈ 3-4 ਇੰਚੀ ਦੀ ਤਹਿ ਬਣ ਜਾਂਦੀ ਹੈ। ਅਤੇ ਜਿਹੜਾ ਆਮ ਕੋਈ ਪਹਿਲੀ ਵਾਰ ਜੰਗਲ ਦੇ ਵਿੱਚ ਜਾ ਰਿਹਾ ਹੁੰਦਾ ਅਤੇ ਉਹ ਸਮਝਦਾ ਕਿ ਕੁਦਰਤੀ ਹੈ ਜਿਵੇਂ ਬਾਕੀ ਜ਼ਮੀਨ ਹੈ, ਤਾਂ ਉਹ ਜਾਣ ਲੱਗਦੇ ਅਤੇ ਅਚਾਨਕ ਉਹਦੇ ਵਿੱਚ ਡਿੱਗ ਪੈਂਦਾ, ਤਾਂ ਉਹਦੇ ਬਸਤਰ ਜਿਹੜੇ ਸਾਰੇ ਹਨ ਉਹ ਮੈਲੇ ਹੋ ਜਾਂਦੇ ਨੇ ਇਸ ਤਰ੍ਹਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਪਾਵਕ ਤੋ, ਇਸੇ ਪ੍ਰਕਾਰ ਸੰਸਾਰ ਦੇ ਉਤਰਲੇ ਪੱਧਰ 'ਤੇ ਜਿਹੜਾ ਤੈਨੂੰ ਲੱਗਦਾ ਹੈ ਕਿ ਮੈਂ ਪਰਿਵਾਰਕ ਜ਼ਿੰਮੇਵਾਰੀ ਨਿਭਾ ਰਿਹਾ, ਪਰ ਗੁਰੂ ਸਾਹਿਬ ਜੀ ਕਹਿੰਦੇ ਇਹਦੀ ਤਹਿ ਦੇ ਵਿੱਚ ਜਿਸ ਦੀ ਜ਼ਿੰਮੇਵਾਰੀ ਕਹਿ ਰਿਹਾ ਇਹਦੀ ਤ੍ਰਿਸ਼ਨਾ ਬਣ ਰਹੀ ਹੈ, ਅਤੇ ਇਸ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਪਾਵਕ ਤੋਅੰ, ਅਤੇ ਉਹ ਤੈਨੂੰ ਗ੍ਰਸਤ ਕਰਦੀ ਜਾ ਰਹੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਸਾਧ ਘੋਰੰ, ਅਸਾਧ ਘੋਰੰ ਦਾ ਭਾਵ ਹੈ ਜਿਵੇਂ ਅਸਾਧ ਘੋਰਨ ਨੂੰ ਬੜਾ ਸਰਲ ਸਮਝਾਉਣਾ ਹੋਵੇ ਕਿ ਜਿਹੜਾ ਲਾਟੂ ਘੁੰਮਦਾ ਤਾਂ ਉਹਦਾ ਉੱਪਰਲਾ ਪਸਾਰ ਬੜਾ ਚੌੜਾ ਹੁੰਦਾ ਹੈ,
ਪਰ ਉਹਦਾ ਹੇਠਲਾ ਧੁਰਾ ਬੜਾ ਬਰੀਕ ਹੁੰਦਾ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਪਰਿਵਾਰ ਦਾ ਪ੍ਰਪੰਚ ਤੈਨੂੰ ਉੱਪਰੋਂ ਬੜਾ ਪਸਰਿਆ ਨਜ਼ਰ ਆ ਰਿਹਾ, ਇਹਦੇ ਧੁਰ ਜਿਹੜੀ ਤੈਅ ਹੈ ਉਹਦੇ ਤਲ 'ਤੇ ਜਿਹੜਾ ਹੈ ਤ੍ਰਿਸ਼ਨਾ ਦਾ ਕੋਈ ਅੰਸ਼ ਕੰਮ ਕਰ ਰਿਹਾ, ਜਿਹਦੇ ਕਰਕੇ ਉਹ ਤੇਰੇ ਨਾਲ ਉਵੇਂ ਦਾ ਵਿਵਹਾਰ ਬਣਾਉਂਦੇ ਨੇ, ਤੂੰ ਉਸ ਤਰ੍ਹਾਂ ਦੇ ਵਿਵਹਾਰ ਦੀ ਪੂਰਤੀ ਕਰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਪਾਵਕ ਤੋ ਅਸਾਧ ਘੋਰੰ, ਇਸ ਸੰਸਾਰ ਦੇ ਵਿੱਚ ਵਾਸਨਾ ਦੀਆਂ, ਤ੍ਰਿਸ਼ਨਾ ਦੀਆਂ, ਲਾਲਸਾਵਾਂ ਦੀਆਂ, ਇੱਛਾਵਾਂ ਦੀਆਂ ਇੰਨੀਆਂ ਲਹਿਰਾਂ ਹਨ ਔਰ ਇਤਨੀਆਂ ਪ੍ਰਬਲ ਹਨ, ਅਗੰਮ ਤੀਰ ਨਹਿ ਲੰਘਨ ਹੈ। ਇੱਕ ਵਾਰੀ ਇਹਦੇ ਵਿੱਚ ਪ੍ਰਵੇਸ਼ ਹੋ ਗਿਆ, ਦੂਜੇ ਕੰਢੇ ਤੋਂ ਪਾਰ ਨਹੀਂ ਲੰਘ ਸਕੇਗਾ। ਇਸ ਕਰਕੇ ਨਾ ਬੁੱਧ ਧਰਮ ਦੇ ਵਿੱਚ ਇੱਕ ਸਿਧਾਂਤ ਹੈ ਪ੍ਰਤਿਤਯ ਸਮੁਤਪਾਦ, ਉਹਦੇ ਵਿੱਚ ਉਹਨਾਂ ਇੱਛਾਵਾਂ ਦਾ ਬੜਾ ਡੀਪ ਥਾਟ ਬਣਾਇਆ, 16 ਸੂਤਰ ਬਣਾਏ ਨੇ। ਉਹਦੇ ਵਿੱਚ 16 ਸੂਤਰ ਸਾਡੇ ਪਹਿਲੇ ਜਨਮ ਦੇ ਨਾਲ ਵੀ, ਵਰਤਮਾਨ ਜਨਮ ਦੇ ਨਾਲ ਵੀ ਅਤੇ ਭਵਿੱਖ ਦੇ ਨਾਲ ਵੀ ਕਿਵੇਂ ਸੰਬੰਧਿਤ ਹਨ, ਇਹਦਾ ਬੜਾ ਗਹਿਰਾ ਉਹਨਾਂ ਨੇ ਸਿਧਾਂਤ ਬਣਾਇਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਅਗੰਮ ਤੀਰ, ਨਹੀਂ ਲੰਘਿਆ ਜਾਣ ਸਕਣ ਵਾਲਾ ਤੀਰ, ਦੂਜਾ ਕੰਢਾ ਨਹਿ ਲੰਘਨੇ, ਕਿ ਹੁਣ ਇੱਕ ਵਾਰੀ ਸੰਸਾਰ ਵਿੱਚ ਪ੍ਰਵਿਰਤ ਹੋ ਗਿਆ ਹਾਂ। ਤਾਂ ਇਸੇ ਕਰਕੇ ਜਦੋਂ ਗੁਰੂ ਸਾਹਿਬ ਜੀ ਨੇ ਸਿੱਧਾ ਨੂੰ ਕਿਹਾ ਨਾ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ, ਇਹਦੇ ਤੋਂ ਵੱਡੀ ਜੀਵਨ ਦੀ ਜੁਗਤ ਨਹੀਂ ਹੋ ਸਕਦੀ। ਇਸੇ ਕਰਕੇ ਕਈ ਵਾਰੀ ਅਸੀਂ ਐਂ ਸਮਝਦੇ ਹਾਂ ਕਿ ਗੁਰਬਾਣੀ ਦੀ ਪੰਕਤੀ ਸ਼ਾਇਦ ਉਹਨੇ ਸਾਨੂੰ ਸਰਲ ਅਰਥ ਸਮਝ ਆ ਗਏ ਨੇ ਤਾਂ ਬਸ ਗੱਲ ਪੂਰੀ ਹੋ ਗਈ। ਇਹਦੇ ਨਾਲ ਨਹੀਂ ਹੈ। ਜਦੋਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਜੈਸੇ ਜਲ ਮੈਂ ਕਮਲ ਨਿਰਾਲਮ, ਹੁਣ ਮੁਰਗਾਬੀ ਜਲ ਵਿੱਚ ਰਹਿੰਦੀ ਹੈ, ਉਹ ਤਲਾਬ ਦੀ ਇਸ ਸੁੰਦਰਤਾ ਨੂੰ ਵੀ ਪੂਰਾ ਕਰਦੀ ਹੈ ਕਿ ਉਹਦੇ ਵਿੱਚ ਰਹਿ ਰਹੀ ਹੈ, ਪਰ ਰਹਿੰਦਿਆਂ ਹੋਇਆਂ ਆਪਣੇ ਆਪ ਨੂੰ ਅਭਿੱਜ ਵੀ ਰੱਖ ਰਹੀ ਹੈ, ਕਿਉਂਕਿ ਉਹਨੇ ਆਪਣੇ ਅੰਦਰ ਉਹ ਸਮਰੱਥਾ ਪੈਦਾ ਕੀਤੀ ਹੈ। ਉਹਦੇ ਖੰਭਾਂ ਵਿੱਚ ਅਜਿਹਾ ਤੇਲ ਹੁੰਦਾ ਹੈ ਕਿ ਜਿਹੜਾ ਪਾਣੀ ਉਹਦੇ ਨਿਕਟ ਨਹੀਂ ਆ ਸਕਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਅਗੰਮ ਤੀਰ ਨਹਿ ਲੰਘਨੇ, ਜੀਵਨ ਦੀ ਉਹ ਜੁਗਤ ਆ ਜਾਵੇ ਕਿ ਸੰਸਾਰ ਦੇ ਵਿੱਚ ਪ੍ਰਵਿਰਤ ਵੀ ਹੋਈਏ, ਪਰ ਸੰਸਾਰ ਦੀ ਆਕਾਂਖਿਆ ਸਾਡੇ ਅੰਤਰ ਦੇ ਉੱਪਰ ਪ੍ਰਭਾਵ ਨਾ ਪਾਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹਦੇ ਲਈ ਯਤਨ ਕੀ ਕੀਤਾ ਜਾਵੇ, ਭਜ ਸਾਧ ਸੰਗ ਗੋਪਾਲ ਨਾਨਕ, ਹਰ ਚਰਨ ਸਰਣ ਉਦਰਣ ਕਿਰਪਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਗੋਪਾਲ ਪ੍ਰੀਤਮ ਦੀ ਪ੍ਰਾਪਤੀ ਦੇ ਲਈ ਸਦਾ ਸਾਧ ਸੰਗਤ ਦੇ ਕਰਮ ਵਿੱਚ ਜੁੜ। ਹੁਣ ਸਾਧ ਸੰਗਤ ਦੀ ਵੀ ਅੱਗੇ ਇੱਕ ਆਪਣਾ ਵਿਸਥਾਰ ਹੈ। ਸਭ ਤੋਂ ਪਹਿਲਾਂ ਜਿਹੜਾ ਸਾਧ ਸੰਗਤ ਦਾ ਸੌਖਾ ਢੰਗ ਹੈ ਕਿ ਗੁਰੂ ਚਰਨਾਂ ਦੇ ਵਿੱਚ ਜੁੜੀ ਹੋਈ ਸੰਗਤ ਜਿਹੜੀ ਗਿਆਨ ਪ੍ਰਾਪਤੀ ਦੇ ਕਰਕੇ ਆਪਣੇ ਕਰਮ ਨੂੰ ਸਾਧਣਾ ਚਾਹੁੰਦੀ ਹੈ, ਸਾਧ ਸੰਗਤ ਦਾ ਪਹਿਲਾ ਇਹ ਪੱਧਰ। ਦੂਜਾ ਹੈ ਅਗਰ ਸਾਡੇ ਕੋਲ ਗੁਰੂ ਘਰ ਦੀ ਸਾਧ ਸੰਗਤ ਨਹੀਂ ਵਿਆਪਕ, ਤਾਂ ਕੋਈ ਗਿਆਨਵਾਨ ਗੁਰਮੁਖ ਸੁਰਤ ਵਾਲਾ ਜਾਗਿਆ ਹੋਇਆ ਇਨਸਾਨ ਹੈ, ਉਹਦੇ ਨਾਲ ਅਸੀਂ ਆਪਣਾ ਰਾਬਤਾ ਬਣਾ ਸਕਦੇ ਹਾਂ। ਜੇ ਇਹ ਵੀ ਵਿਆਪਤ ਨਹੀਂ ਹੈ ਤਾਂ ਫਿਰ ਇਸੇ ਪ੍ਰਕਾਰ ਜਿਹੜੇ ਗੁਰਮੁਖਾਂ ਦੇ ਅਨੁਭਵ ਗ੍ਰੰਥਾਂ ਦੇ ਵਿੱਚ, ਪੁਸਤਕਾਂ ਵਿੱਚ ਪ੍ਰਗਟ ਹੋਏ ਹਨ, ਉਹਨਾਂ ਦੇ ਨਿਕਟ ਹੋ ਸਕਦੇ ਹਾਂ। ਜੇ ਇਹ ਵੀ ਨਹੀਂ ਸੰਭਵ ਤਾਂ ਇਸੇ ਪ੍ਰਕਾਰ ਫਿਰ ਆਪਣਾ ਸਾਧਕ ਆਪ ਬਣਨਾ ਚਾਹੀਦਾ। ਆਪਣਾ ਸਾਧਕ ਕਿਵੇਂ ਬਣਨਾ ਚਾਹੀਦਾ ਹੈ, ਇਹ ਕਲਵਿਆ ਦੀ ਉਦਾਹਰਣ ਆਪ ਜੀ ਨੇ ਸਾਰਿਆਂ ਨੇ ਸੁਣੀ ਹੋਵੇਗੀ। ਦਰੋਣਾਚਾਰੀਆ ਨੇ ਕਹਿ ਦਿੱਤਾ ਸੀ ਮੈਂ ਤੈਨੂੰ ਤੀਰ ਅੰਦਾਜ਼ੀ ਨਹੀਂ ਸਿਖਾ ਸਕਦਾ, ਕਹਿੰਦਾ ਠੀਕ ਹੈ। ਤਾਂ ਉਹਨੇ ਕੀਤਾ ਕਿ ਤੀਰ ਕਮਾਨ ਪਕੜ ਕੇ ਦਰੋਣਾਚਾਰੀ ਦੀ ਪ੍ਰਤਿਮਾ ਬਣਾ ਲਈ, ਰੋਜ਼ ਅਭਿਆਸ ਕਰਦਾ ਗਾ, ਰੋਜ਼ ਤੀਰ ਚਲਾਉਣ ਦਾ। ਆਖਰ ਇੱਕ ਦਿਨ ਜਦ ਉਹਨਾਂ ਪਾਂਡਵਾਂ ਦਾ ਇੱਕ ਕੁੱਤਾ ਭਟਕੇ ਉੱਧਰ ਚਲਾ ਗਿਆ, ਉਹਦੀ ਤੀਰ ਅੰਦਾਜ਼ੀ ਦਾ ਅਭਿਆਸ ਸੀ ਕਿ ਜਦੋਂ ਇਹ ਕੁੱਤਾ ਭੌਂਕਦਾ ਸੀ ਉਦੋਂ ਉਹਦੇ ਮੂੰਹ 'ਚ ਤੀਰ ਮਾਰ ਦਿੰਦਾ ਸੀ। ਤਾਂ ਸਾਧ ਸੰਗਤ ਦੀ ਇੱਕ ਸਾਧਨਾ ਇਹ ਹੈ ਕਿ ਆਪਣੇ ਗਿਆਨ ਵਾਲੇ ਹਿੱਸੇ ਨੂੰ ਪੂਰਾ ਪ੍ਰਚੰਡ ਕਰ ਲਿਆ ਜਾਵੇ ਅਤੇ ਫਿਰ ਉਹਦੇ ਵਿੱਚੋਂ ਆਪਣੇ ਕਰਮ ਦੀ ਸਾਧਨਾ ਕੀਤੀ ਜਾਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਭਜ ਸਾਧ ਸੰਗ ਗੋਪਾਲ ਨਾਨਕ, ਹਰ ਚਰਨ ਸਰਣ ਉਦਰਣ ਕਿਰਪਾ, ਕਿ ਜਦੋਂ ਸਾਧ ਸੰਗਤ ਰੂਪ ਦੇ ਵਿੱਚ ਗੁਰ ਪਰਮੇਸ਼ਰ ਦੀ ਸ਼ਰਨ ਜਾਏਗਾ ਅਤੇ ਸੰਸਾਰ ਦੀ ਵਾਸਤਵਿਕਤਾ ਦਾ ਗਿਆਨ ਹੋਏਗਾ, ਫਿਰ ਉਹਦੇ ਵਿੱਚੋਂ ਤੇਰੇ ਨਰੋਏ ਸੰਬੰਧ ਪੈਦਾ ਹੋਣਗੇ। ਸਤਿਗੁਰੂ ਗੁਰੂ ਅਰਜਨ ਸਾਹਿਬ ਦੀ ਕਿਰਪਾ ਕਰਨ ਸਾਨੂੰ ਸੰਸਾਰ ਦੀ ਵਾਸਤਵਿਕਤਾ ਦਾ ਇਸ ਪ੍ਰਕਾਰ ਗਿਆਨ ਹੋਵੇ ਅਤੇ ਅਸੀਂ ਗਿਆਨ ਦੇ ਨੁਕਤੇ ਤੋਂ ਆਪਣੇ ਸੰਬੰਧਾਂ ਦਾ ਨਿਰਮਾਣ ਕਰਕੇ ਉਹਨਾਂ ਨੂੰ ਗੁਰਮੁਖੀ ਸੁਰਤ ਵਾਲੇ ਬਣਾ ਕੇ ਆਪਣੇ ਜੀਵਨ ਦਾ ਸਾਰਾ ਵਿਵਹਾਰ ਨੂੰ ਅੰਜਾਮ ਦੀਏ। ਸਤਿਗੁਰੂ ਕਿਰਪਾ ਕਰਨ ਪਾਵਨ ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।